बिस्मिल्लाहिर्रहमानिर्रहीम अस्सलाम वालेकुम। ਅੱਜ ਦੀ ਬੈਠਕ ਸ਼ੁਰੂ ਕਰਨੇ ਆ। ਅਸਲ 'ਚ ਮਸਲਾ ਇਹ ਬਣ ਗਿਆ ਕਿ ਅਸੀਂ ਫੈਜ਼ ਸਾਹਿਬ ਦੀ ਪੰਜਾਬੀ ਨਜ਼ਮ ਤੁਹਾਡੀ ਖਿਦਮਤ 'ਚ ਪੇਸ਼ ਕੀਤੀ ਅਤੇ ਕੁਝ ਦੋਸਤਾਂ ਨੇ ਬੜਾ ਸ਼ਿਕਵਾ ਕੀਤਾ ਕਿ ਬੈਠਕ ਤਾਂ ਹੋਣੀ ਹੀ ਪੰਜਾਬੀ 'ਚ ਚਾਹੀਦੀ ਸੀ, ਆਖਰ ਪੰਜਾਬੀਆਂ ਦੀ ਬੈਠਕ ਹੈ ਅਤੇ ਤੁਸੀਂ ਸਾਰਾ ਕੁਝ ਉਰਦੂ 'ਚ ਪੇਸ਼ ਕਰ ਰਹੇ ਹੋ। ਅਤੇ ਜਨਾਬ ਉਰਦੂ ਸਾਡੀ ਕੌਮੀ ਜ਼ੁਬਾਨ ਹੈ, ਉਰਦੂ ਨਾਲ ਸਾਡਾ ਪਿਆਰ ਹੈ, ਮੁਹੱਬਤ ਹੈ, ਇਸ਼ਕ ਹੈ ਅਤੇ ਇਹਦੇ ਵਿੱਚ ਵੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਪੰਜਾਬੀ ਦੀ ਵੀ ਸਾਡੇ ਨਜ਼ਦੀਕ ਆਪਣੀ ਹੀ ਇੱਕ ਅਹਿਮੀਅਤ ਹੈ। ਅਤੇ ਇਸ ਵਜ੍ਹਾ ਤੋਂ ਫਿਰ ਅੱਜ ਦੀ ਬੈਠਕ ਅਸੀਂ ਫੈਸਲਾ ਕੀਤਾ ਹੈ ਕਿ ਪੰਜਾਬੀ ਦੇ ਵਿੱਚ ਹੀ ਰੱਖੀ ਜਾਏਗੀ, ਕਿਉਂਕਿ ਪੰਜਾਬੀ ਦੀ ਅਹਿਮੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਮਾਂ ਬੋਲੀ ਦੀ ਅਹਿਮੀਅਤ ਬਿਲਕੁਲ ਉਸੇ ਤਰ੍ਹਾਂ ਹੁੰਦੀ ਹੈ ਜਿਸ ਤਰ੍ਹਾਂ ਆਪਣੀ ਕੌਮੀ ਜ਼ੁਬਾਨ ਦੀ ਹੁੰਦੀ ਹੈ। ਅਤੇ ਆਓ ਫਿਰ ਅੱਜ ਦੀ ਬੈਠਕ ਪੰਜਾਬੀ 'ਚ ਹੀ ਸ਼ੁਰੂ ਕਰਨੇ ਆ। ਅੱਛਾ, ਅੱਜ ਦਾ ਮੌਜੂ ਜਿਹੜਾ ਅਸੀਂ ਚੁਣਿਆ ਤੁਹਾਡੇ ਵਾਸਤੇ, ਤੁਹਾਡੀ ਖਿਦਮਤ 'ਚ ਪੇਸ਼ ਕਰਨ ਵਾਸਤੇ, ਉਹ ਹੈ ਵੇਲਾ, ਜਿਹਨੂੰ ਅਸੀਂ ਪੰਜਾਬੀ 'ਚ ਵਕਤ ਕਹਿੰਦੇ ਹਾਂ ਅਤੇ ਅੰਗਰੇਜ਼ੀ 'ਚ ਟਾਈਮ ਕਹਿੰਦੇ ਹਾਂ। ਤੁਸੀਂ ਮਹਿਸੂਸ ਕੀਤਾ ਹੋਏਗਾ ਕਿ ਵੇਲਾ ਕਦੇ ਵੱਧ ਜਾਂਦਾ ਹੈ, ਕਦੀ ਘੱਟ ਜਾਂਦਾ ਹੈ। ਅਸਲ 'ਚ ਵੇਲੇ ਦਾ ਵਧਣਾ, ਘਟਣਾ, ਲੈਣਾ, ਚੜ੍ਹਨਾ, ਇਹਦਾ ਤਲਕ ਘੜੀ ਦੀਆਂ ਸੂਈਆਂ ਦੀ ਟਿਕ ਟਿਕ ਦੇ ਨਾਲ ਨਹੀਂ ਹੁੰਦਾ। ਇਹਦਾ ਤਾਲੁਕ ਤੁਸੀਂ ਸਮਝ ਲਵੋ ਕਿ ਸਾਡੇ ਦਿਲ ਦੇ ਅੰਦਰ ਲੱਗੇ ਹੋਏ ਘੜਿਆਲ ਦੀ ਧੱਕ ਧੱਕ ਦੇ ਨਾਲ ਹੁੰਦਾ ਹੈ ਅਤੇ ਇਹਦਾ ਤਾਲੁਕ ਬੁਨਿਆਦੀ ਤੌਰ 'ਤੇ ਸਾਡੇ ਅਹਿਸਾਸਾਤ ਔਰ ਜਜ਼ਬਾਤ ਦੇ ਨਾਲ ਹੈ। ਤੁਸੀਂ ਕਦੀ ਇਸ ਚੀਜ਼ 'ਤੇ ਗੌਰ ਵੀ ਕੀਤਾ ਹੋਏਗਾ ਕਿ ਅਗਰ ਅਸੀਂ ਖੁਸ਼ ਹਾਂ ਤਾਂ ਵੇਲਾ ਕਿੱਡੀ ਛੇਤੀ ਇੰਝ ਜਿਵੇਂ ਉਹਨੂੰ ਪਰ ਲੱਗ ਗਏ ਨੇ ਉੱਡ ਕੇ ਜਾਂਦਾ ਹੈ, ਅਤੇ ਕਦੀ ਅਗਰ ਪਰੇਸ਼ਾਨ ਹੁੰਦੇ ਹਾਂ, ਕੋਈ ਮੁਸ਼ਕਿਲ 'ਚ ਹੁੰਦੇ ਹਾਂ ਅਤੇ ਮੁੱਕ ਜਾਣਾ ਵੇਲਾ ਮੁੱਕਦਾ ਹੀ ਨਹੀਂ। ਜੇ ਵੇਲਾ ਚੰਗਾ ਹੋਵੇ ਤਾਂ ਫਿਰ ਤਾਂ ਕਿਆ ਹੀ ਬਾਤਾਂ, ਲੇਕਿਨ ਜੇ ਵੇਲਾ ਮਾੜਾ ਹੋਵੇ ਤਾਂ ਇਹਦੇ ਦਿੱਤੇ ਹੋਏ ਦੁੱਖਾਂ ਦਾ ਕੋਈ ਤਰਿਆਕ ਵੀ ਨਹੀਂ ਹੁੰਦਾ। ਗੱਲ ਵੇਲੇ ਸਿਰ ਕੀਤੀ ਅਤੇ ਉਹ ਗੱਲ ਫੱਬ ਗਈ, ਜੱਚ ਗਈ, ਅਤੇ ਜੇ ਗੱਲ ਵੇਲੇ ਸਿਰ ਨਾ ਕੀਤੀ ਤਾਂ ਫਿਰ ਉਹ ਗੱਲ ਬਿਲਕੁਲ ਐਸੇ ਤਰ੍ਹਾਂ ਹੈ ਜਿਸ ਤਰ੍ਹਾਂ ਉਹ ਮੁੱਕਾ ਜਿਹੜਾ ਲੜਾਈ ਦੇ ਦੌਰਾਨ ਯਾਦ ਨਹੀਂ ਸੀ ਆਇਆ ਅਤੇ ਉਹ ਫਿਰ ਲੜਾਈ ਦੇ ਬਾਅਦ ਯਾਦ ਆਇਆ, ਅਤੇ ਉਹਦੇ ਬਾਰੇ 'ਚ ਸਿਆਣੇ ਕਹਿੰਦੇ ਨੇ ਕਿ ਆਪਣੇ ਹੀ ਮੂੰਹ 'ਤੇ ਮਾਰ ਲੈਣਾ ਚਾਹੀਦਾ, ਕਿਉਂਕਿ ਉਹ ਜਿਸ ਬੰਦੇ ਨੂੰ ਮਾਰਨਾ ਸੀ ਉਹ ਬੰਦਾ ਤਾਂ ਹੁਣ ਗਿਆ ਚਲਾ। ਇਹੀ ਮਾਮਲਾ ਗੱਲ ਦਾ। ਜੇ ਗੱਲ ਵੇਲੇ ਸਿਰ ਕਰ ਦਿੱਤੀ ਤੇ ਗੱਲ ਕਾਮਯਾਬ ਹੋ ਗਈ, ਤੁਸੀਂ ਕਾਮਯਾਬ ਹੋ ਗਏ, ਅਤੇ ਜੇ ਗੱਲ ਵੇਲੇ ਸਿਰ ਨਾ ਕੀਤੀ ਤੇ ਫਿਰ ਉਹਦਾ ਕੋਈ ਫਾਇਦਾ ਨਹੀਂ। ਵੇਲੇ ਪਿੱਛੋਂ ਕੀਤੀ ਗੱਲ ਦਾ ਵੇਲਾ ਤੇ ਕਦ ਦਾ ਲੰਘ ਗਿਆ। ਸਿਆਣਿਆਂ ਦਾ ਇੱਕ ਅਖਾਣ ਵੀ ਤੁਸੀਂ ਸੁਣਿਆ ਹੋਣਾ ਕਿ ਗੱਲ ਵੇਲੇ ਦੀ ਤੇ ਫਲ ਮੌਸਮ ਦਾ। ਜੇ ਵੇਲੇ ਤੋਂ ਬਾਅਦ ਗੱਲ ਕੀਤੀ ਤੇ ਕੋਈ ਫਾਇਦਾ ਨਹੀਂ, ਜੇ ਫਲ ਬੇਮੌਸਮਾ ਖਾਧਾ ਤੇ ਕੋਈ ਮਜ਼ਾ ਨਹੀਂ। ਇੱਕ ਹੋਰ ਬੜੀ ਮਜ਼ੇਦਾਰ ਗੱਲ ਹੈ, ਵੇਲਾ ਆਪ ਵੀ ਗੱਲਾਂ ਕਰਦਾ ਜੇ, ਪਰ ਵੇਲੇ ਦੀਆਂ ਕੀਤੀਆਂ ਗੱਲਾਂ ਨੂੰ ਕੋਈ ਸੁਣਦਾ ਅਤੇ ਬਹੁਤ ਘੱਟ ਹੀ ਲੋਕ ਨੇ ਜਿਹੜੇ ਉਹਨੂੰ ਸਮਝਦੇ ਨੇ। ਬੜਾ ਔਖਾ ਕੰਮ ਹੈ ਵੇਲੇ ਦੀ ਜ਼ੁਬਾਨ ਨੂੰ, ਵੇਲੇ ਦੀ ਗੱਲ ਨੂੰ ਸਮਝਣਾ। ਪਰ ਜੇ ਕਿਸੇ ਦੀ ਸਮਝ ਵਿੱਚ ਆ ਜਾਏ ਤਾਂ ਫਿਰ ਉਹ ਜ਼ਿੰਦਗੀ 'ਚ ਕਦੀ ਮਾਰ ਨਹੀਂ ਜੇ ਖਾਂਦਾ। ਇਸੇ ਤਰ੍ਹਾਂ ਜਨਾਬ ਇਹ ਜਿਹੜਾ ਵੇਲਾ ਹੈ ਇਹਨੇ ਆਪਣੀ ਬੜੀ ਅਹਿਮੀਅਤ ਬਣਾਈ ਹੋਈ ਹੈ। ਇਹ ਹਰ ਕਿਸੇ ਨੂੰ ਸਮਝ ਲਵੋ ਇਸ ਕਾਬਲ ਨਹੀਂ ਸਮਝਦਾ ਕਿ ਹਰ ਬੰਦਾ ਮੈਨੂੰ ਸਮਝ ਸਕੇ। ਕਿਸੇ ਨੂੰ ਹੀ ਸੁਣਦਾ ਅਤੇ ਕਿਸੇ ਨੂੰ ਹੀ ਨਜ਼ਰ ਆਉਂਦਾ ਹੈ। ਵੇਲੇ ਦੀਆਂ ਕਈ ਕਿਸਮਾਂ ਹੁੰਦੀਆਂ ਜੇ। ਮਸਲਨ ਪੁਰਾਣਿਆਂ ਬਜ਼ੁਰਗਾਂ ਕੋਲੋਂ ਤੁਸੀਂ ਸੁਣਿਆ ਹੋਣਾ ਹੈ ਵੱਡਾ ਵੇਲਾ। ਵੱਡਾ ਵੇਲਾ ਕਹਿੰਦੇ ਨੇ ਬਹੁਤ ਚਿਰਕੇ ਜਾਂ ਬਹੁਤ ਸਵੇਰੇ ਜਾਂ ਨੂਰ ਦੇ ਤੜਕੇ ਨੂੰ ਵੱਡਾ ਵੇਲਾ ਹੁੰਦੇ ਨੇ। ਇਹ ਵੇਲਾ ਕਹਿੰਦੇ ਨੇ ਅਸਮਾਨ ਦਾ ਵੇਲਾ ਹੁੰਦਾ, ਨੂਰ ਨਾਲ ਭਰਿਆ ਹੋਇਆ, ਇਹਦੇ 7 ਰੰਗ ਭਰੇ ਹੁੰਦੇ ਨੇ। ਇਸ ਵੇਲੇ ਜਾਗਣ ਵਾਲਿਆਂ ਦੇ ਕਹਿੰਦੇ ਨੇ ਹਮੇਸ਼ਾ ਨਸੀਬ ਵੀ ਭਾਗ ਵੀ ਜਾਗੇ ਹੀ ਰਹਿੰਦੇ ਨੇ। ਇਹ ਵੇਲਾ ਬਹੁਤ ਵੱਡਾ ਵੇਲਾ ਹੈ। ਤੁਸੀਂ ਜਿੰਨੇ ਵੀ ਕੰਮ ਨਿਬੇੜ ਲਵੋ, ਕੰਮ ਮੁੱਕ ਜਾਣਗੇ, ਲੇਕਿਨ ਵੱਡਾ ਵੇਲਾ ਨਹੀਂ ਮੁੱਕੇਗਾ। ਪਰ ਇੱਕ ਹੋਰ ਵੀ ਤਾਂ ਗੱਲ ਹੈ ਨਾ ਕਿ ਵੱਡੇ ਵੇਲੇ ਦੀ ਅੱਜ ਦੇ ਦੌਰ 'ਚ ਚਾਹ ਵੀ ਤਾਂ ਕੋਈ ਕਰਦਾ ਜੇ, ਹਰ ਬੰਦਾ ਕਿੱਥੇ ਕਰ ਸਕਦਾ। ਇਹਦੇ ਲਾਡ ਕੋਈ ਚੁੱਕਦਾ ਅਤੇ ਜਿਹੜਾ ਇਹਦੇ ਲਾਡ ਚੁੱਕਦਾ ਫਿਰ ਵੱਡਾ ਵੇਲਾ ਉਹਦੇ ਬੜੇ ਲਾਡ ਚੁੱਕਦਾ ਜੇ। ਇਸ ਵੱਡੇ ਵੇਲੇ ਨੂੰ ਲੋਕੀ ਸੌ ਕੇ ਛੋਟਾ ਕਰ ਲੈਂਦੇ ਨੇ। ਮੇਰੇ ਵਰਗੇ ਲੋਕਾਂ ਦੀ ਗੱਲ ਹੋ ਰਹੀ ਜੇ। ਲਓ ਜੀ, ਚੱਲ ਵੇਲੇ ਨੂੰ ਆਪ ਹੀ ਮੁਕਾਈ ਜਾਂਦੇ ਆ ਅਤੇ ਆਪ ਹੀ ਰੌਲਾ ਵੀ ਪਾਈ ਜਾਂਦੇ ਹਾਂ ਕਿ ਵਕਤ ਦੇ ਵਿੱਚ ਬਰਕਤ ਨਹੀਂ ਰਹੀ। ਮਤਲਬ ਅਸੀਂ ਆਪ ਹੀ ਰੌਲਾ ਪਾਉਂਦੇ ਹਾਂ ਕਿ ਹਾਏ ਦਿਨ ਕਿੰਨੇ ਛੋਟੇ ਹੋ ਗਏ ਨੇ, ਵੇਲਾ ਕਿੰਨੀ ਛੇਤੀ ਮੁੱਕ ਜਾਂਦਾ ਹੈ, ਵੇਲੇ 'ਚ ਬਰਕਤ ਨਹੀਂ ਰਹੀ। ਬਰਕਤ ਤੇ ਸੋਹਣੇ ਹੋ ਅਸੀਂ ਆਪ ਹੀ ਮੁਕਾ ਲਈਏ। ਵੇਲੇ ਦੀ ਦੂਜੀ ਕਿਸਮ ਜੇ ਚੱਕੀ ਵੇਲਾ, ਯਾਨੀ ਤੁਸੀਂ ਸਮਝ ਲਓ ਕਿ ਰਾਤ ਦਾ ਆਖਰੀ ਇਹੋ ਜਿਹਾ ਪਹਿਰ ਕਿ ਜਿਹਦੇ ਵਿੱਚ ਘਰਾਂ ਦੀਆਂ ਜਿਹੜੀਆਂ ਬੀਬੀਆਂ ਸੀ ਉਹ ਚੱਕੀ ਪੀਂਦੀਆਂ ਸੀ। ਉਹ ਵੇਲਾ ਵੀ ਕਿਦੋਂ ਦਾ ਲੰਘ ਗਿਆ ਜੇ। ਮਤਲਬ ਹੁਣ ਚੱਕੀਆਂ ਵੀ ਪੀਣੀਆਂ ਬਾਕੀ ਨਹੀਂ ਰਹਿ ਗਈਆਂ। ਉਹ ਜਿਹੜੀਆਂ ਬੀਬੀਆਂ ਰਾਤ ਨੂੰ ਚੱਕੀ ਪੀਂਦੀਆਂ ਸੀ, ਕੋਈ ਅੱਲਾ ਰਸੂਲ ਦਾ ਨਾਂ ਵੀ ਲੈਂਦੀਆਂ ਸੀ, ਕਦੀ ਕੋਈ ਮਾਈਏ ਟੱਪੇ ਵੀ ਗਾ ਲੈਂਦੀਆਂ ਸੀ, ਹੁਣ ਉਹ ਵੀ ਨਹੀਂ ਰਹੀਆਂ।
ਤੇ ਇਹਨਾਂ ਗੱਲਾਂ ਬਾਤਾਂ ਵਿੱਚ ਹੀ ਇੱਕ ਦੂਜੇ ਨਾਲ ਕੋਈ ਸ਼ਿਕਵੇ ਸ਼ਿਕਾਇਤਾਂ ਵੀ ਜਿਹੜੀਆਂ ਹੁੰਦੀਆਂ ਸੀ ਉਹ ਦੂਰ ਹੋ ਜਾਂਦੀਆਂ ਸੀ ਰਲ ਬਹਿ ਕੇ ਜਦੋਂ ਕਦੀ ਹਾਸਾ ਮਜ਼ਾਕ ਕਰ ਲਿਆ। ਤੇ ਹੁਣ ਨਾ ਹੀ ਕੋਈ ਚੱਕੀਆਂ ਪੀਂਦਾ ਜੇ ਤੇ ਨਾ ਹੀ ਕੋਈ ਗੱਲਾਂ ਕਰਦਾ ਜੇ ਤੇ ਨਾ ਹੀ ਝਗੜੇ ਮੁੱਕਦੇ ਜੇ। ਹੁਣ ਸਾਡੇ ਕੋਲ ਇਸ ਮਸਲੇ ਦਾ ਹੱਲ ਕੀ ਰਹਿ ਗਿਆ ਹੈ? ਇਕੱਠੇ ਬੈਠਣ ਦੀ ਬਜਾਏ ਨੌ ਤੇ ਸੱਸ ਦੀਆਂ ਲੜਾਈਆਂ ਜਿਹੜੀਆਂ ਡਰਾਮਿਆਂ ਦੇ ਵਿੱਚ ਵਿਖਾਈਆਂ ਜਾਂਦੀਆਂ ਨੇ, ਸੱਸ ਆਪਣੇ ਕੋਈ ਦਾ ਪੇਚ ਸਿੱਖਦੀ ਹੁੰਦੀ ਏ ਤੇ ਨੌ ਆਪਣੀਆਂ ਹੀ ਕੋਈ ਚਲਾਕੀਆਂ ਚਲਿੱਤਰ ਸਿੱਖਦੀ ਨਜ਼ਰ ਆਉਂਦੀ ਏ। ਤੇ ਫਿਰ ਐਸੇ ਸਿੱਖੇ ਹੋਏ ਦਾ ਪੇਚ ਨੂੰ ਦੋਨੋਂ ਇੱਕ ਦੂਜੇ ਦੇ ਖਿਲਾਫ ਵਰਤਦੀਆਂ ਨੇ ਤੇ ਵੇਲਾ ਜਿਹੜਾ ਨਾ ਉਹ ਸਾਈਡ ਤੇ ਖਲੋ ਕੇ ਨਿਮਾ ਹੱਸਦਾ ਤੇ ਉਹਨਾਂ ਦੋਨਾਂ ਦਾ ਤਮਾਸ਼ਾ ਵੇਖੀ ਜਾਂਦਾ ਕਿ ਤੁਸੀਂ ਮੇਰੀ ਕਦਰ ਨਹੀਂ ਕਰ ਰਹੀਆਂ ਤੇ ਫਿਰ ਤੁਹਾਡੇ ਨਾਲ ਇਹ ਤੇ ਹੋਵੇਗਾ। ਨਾ ਹੀ ਚੱਕੀ ਪੀਓ ਤੇ ਨਾ ਹੀ ਆਪਸ 'ਚ ਗੱਲਾਂ ਕਰੋ। ਉਹ ਵੱਖਰੀ ਬਹਿ ਕੇ ਡਰਾਮੇ ਪਈ ਵੇਖੇ ਤੇ ਉਹ ਵੱਖਰੀ ਬਹਿ ਕੇ ਡਰਾਮੇ ਪਈ ਵੇਖੇ। ਤੇ ਕਹਿੰਦੇ ਨੇ ਚੱਕੀ ਪੀਣਾ ਤੇ ਦੇਖੋ ਇੱਕ ਇਸਤਲਾਹ ਹੈਗੀ ਏ, ਗੱਲਬਾਤ ਕਿਸੇ ਵੀ ਕੰਮ ਕਰਦਿਆਂ ਹੋ ਸਕਦੀ ਏ। ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਗੱਲਬਾਤ ਆਪਸ 'ਚ ਕਰ ਸਕਦੇ ਹੋ, ਲੇਕਿਨ ਚੱਕੀ ਪੀਂਦਿਆਂ ਹੋਇਆਂ ਜਿਹੜੀ ਗੱਲਬਾਤ ਹੁੰਦੀ ਸੀ ਉਹ ਅੱਜ ਦੇ ਦੌਰ 'ਚ ਨਾ ਹੀ ਲੋਕਾਂ ਕੋਲ ਇੰਨੀ ਵੇਲ ਰਹਿ ਗਈ ਜੇ ਤੇ ਨਾ ਹੀ ਉਹ ਗੱਲਾਂ ਦੇ ਵਿੱਚ ਖਲੂਸ ਰਹਿ ਗਿਆ। ਸ਼ਾਇਦ ਤੁਸੀਂ ਸੁਣਿਆ ਵੀ ਹੋਵੇਗਾ, ਇੱਕ ਬੜੀ ਮਸ਼ਹੂਰ ਕਹਾਵਤ ਹੈ ਪੰਜਾਬੀ ਦੀ, ਅਖਾਣ ਹੁੰਦੇ ਨੇ ਜਿਹਨੂੰ ਪੰਜਾਬੀ ਦੇ ਵਿੱਚ, ਕਹਿੰਦੇ ਨੇ ਵੇਲਾ ਨਾ ਵਕਤ ਤੇ ਬੀਬੀ ਚੜ੍ਹ ਬੈਠੀ ਤਖਤ। ਅੱਜ ਕੱਲ੍ਹ ਬਿਲਕੁਲ ਇਹੀ ਸੂਰਤ ਹਾਲ ਸਾਨੂੰ ਹਰ ਜਗ੍ਹਾ 'ਤੇ ਨਜ਼ਰ ਆਉਂਦੀ ਹੈ। ਮਤਲਬ ਇਹ ਕਹਿਣਾ ਕਿ ਕਿਸੇ ਇੱਕ ਘਰ ਦੇ ਵਿੱਚ ਹੈ ਤੇ ਕਿਸੇ ਦੂਜੇ ਘਰ ਦੇ ਵਿੱਚ ਨਹੀਂ, ਇਹ ਤਾਂ ਬੜੀ ਕਹਿ ਲਓ ਕਿ ਉਰਦੂ 'ਚ ਕਹਿੰਦੇ ਨੇ ਮੁਬਾਲਗਾ ਆਰਾਈ ਵਾਲੀ ਗੱਲ ਹੈ। ਇਸ ਤਰ੍ਹਾਂ ਕਿਤੇ ਵੀ ਨਹੀਂ ਹੋਵੇਗਾ ਹੁਣ ਤੇ ਇਹੋ ਜਿਹੀਆਂ ਬੀਬੀਆਂ ਵੀ ਹੁਣ ਸਾਨੂੰ ਨਜ਼ਰ ਨਹੀਂ ਆਉਂਦੀਆਂ ਜਿਹੜੀਆਂ ਘਰ ਦੇ ਕੰਮਾਂ ਕਾਰਾਂ 'ਚ 100% ਤਵੱਜੋ ਦਿੰਦੀਆਂ। ਹੁਣ ਤੇ ਇੰਝ ਲੱਗਦਾ ਜਿਵੇਂ ਬਣ ਠਣ ਕੇ ਸੱਚੀ ਮੁੱਚੀ ਤਖਤ 'ਤੇ ਜਾ ਬਹਿਣਾ ਹੀ ਬੀਬੀਆਂ ਦਾ ਕੰਮ ਰਹਿ ਗਿਆ ਤੇ ਕੰਮਾਂ ਵਾਸਤੇ ਉਹਨਾਂ ਨੇ ਨੌਕਰਾਣੀਆਂ ਰੱਖ ਲਈਆਂ ਨੇ। ਤੀਜਾ ਵੇਲੇ ਦੀ ਤੀਜੀ ਕਿਸਮ ਹੁਣ ਤੁਹਾਨੂੰ ਦੱਸੀਏ, ਉਹਨੂੰ ਕਹਿੰਦੇ ਨੇ ਸ਼ਾਹ ਵੇਲਾ, ਯਾਨੀ ਤੁਸੀਂ ਕਹਿ ਲਓ ਲੱਸੀ ਪੀਣ ਦਾ ਵੇਲਾ, ਨਾਸ਼ਤੇ ਦਾ ਵੇਲਾ। ਇਹਨੂੰ ਛਾਹ ਵੇਲਾ ਵੀ ਕਹਿੰਦੇ ਨੇ ਤੇ ਸ਼ਾਹ ਵੇਲਾ ਵੀ ਕਹਿੰਦੇ ਨੇ। ਇੱਕ ਉਹ ਵੀ ਵੇਲਾ ਹੁੰਦਾ ਸੀ ਜਦੋਂ ਮਾਵਾਂ ਵੱਡੇ ਵੇਲੇ ਚਾਟੀ ਵਿੱਚ ਦੁੱਧ ਰਿੜਕਦੀਆਂ ਸਨ ਤੇ ਛਾਹ ਵੇਲੇ ਘਰ ਵਾਲਿਆਂ ਸਾਰਿਆਂ ਨੂੰ ਨਾਸ਼ਤੇ ਵਿੱਚ ਮੱਖਣ ਤੇ ਲੱਸੀ ਦਿੰਦੀਆਂ ਸੀ। ਇਹ ਨਾਸ਼ਤੇ ਵਿੱਚ ਪਿਆਰ ਦਾ ਤੜਕਾ ਵੀ ਇਹਦੇ ਵਿੱਚ ਲੱਗਾ ਹੁੰਦਾ ਸੀ। ਹੁਣ ਨਾਸ਼ਤੇ ਤੇ ਬੜੇ ਵੰਨ-ਸਵੰਨੇ ਹੋ ਗਏ ਨੇ, ਲੇਕਿਨ ਉਹਨਾਂ ਦੇ ਵਿੱਚ ਉਹ ਛਾਹ ਵੇਲੇ ਦੇ ਨਾਸ਼ਤੇ ਵਾਲੀ ਗੱਲ ਨਹੀਂ ਰਹਿ ਗਈ। ਉਹ ਜਿਹੜੇ ਸਾਦੇ ਜਿਹੇ ਲੱਸੀ ਤੇ ਮੱਖਣ ਤੇ ਤੰਦੂਰ ਦੀ ਰੋਟੀ ਦੇ ਨਾਸ਼ਤੇ ਹੁੰਦੇ ਸੀ, ਉਹਨਾਂ ਦੇ ਵਿੱਚ ਸਾਰੇ ਕਿੰਨੇ ਖੁਸ਼ ਹੋ ਕੇ ਅੱਲਾ ਦਾ ਸ਼ੁਕਰ ਕਰਕੇ ਖਾਂਦੇ ਸੀ। ਹੁਣ ਜੋ ਮਰਜ਼ੀ ਖਾਣ ਨੂੰ ਮਿਲ ਜਾਏ ਭੱਜੋ ਭੱਜ ਸਾਰੇ ਨਾਸ਼ਤਾ ਦਬੋ ਦਬ ਕਰਦੇ ਨੇ ਤੇ ਆਪਣੇ ਆਪਣੇ ਕੰਮਾਂ ਕਾਰਾਂ ਵੱਲ ਭੱਜਦੇ ਨੇ। ਲੇਕਿਨ ਇਹਦੇ 'ਚ ਇੱਕ ਹੋਰ ਬੜੀ ਜਿਹੜੀ ਅਜੀਬ ਗੱਲ ਹੈ, ਹੁਣ ਜ਼ਿਆਦਾਤਰ ਸਾਡੇ ਇੱਥੇ ਤੁਸੀਂ ਵੇਖੋਗੇ ਕਿ ਲੋਕਾਂ ਦੀ ਸਵੇਰ ਛਾਹ ਵੇਲੇ ਹੁੰਦੀ ਵੀ ਨਹੀਂ ਜੇ। ਹੁਣ ਤੇ ਤੁਸੀਂ ਵੇਖੋਗੇ 10-10 ਵਜੇ ਤੱਕ ਸਵੇਰ ਹੋ ਰਹੀ ਹੁੰਦੀ ਹੈ, 11-11 ਵਜੇ ਲੋਕ ਆਪਣੀਆਂ ਦੁਕਾਨਾਂ ਆਪਣੇ ਕੰਮਾਂ ਕਾਰਾਂ ਦਫ਼ਤਰਾਂ ਨੂੰ ਜਾ ਰਹੇ ਹੁੰਦੇ ਨੇ। ਤੇ ਨਾਸ਼ਤੇ ਵੀ ਅਗਰ ਤੁਸੀਂ ਦੇਖੋਗੇ ਤਾਂ ਜ਼ਿਆਦਾਤਰ ਹੁਣ ਬਾਜ਼ਾਰੋਂ ਹੀ ਲਿਆਉਣ ਦਾ ਰਿਵਾਜ ਬਣੀ ਜਾਂਦਾ ਹੈ, ਜਾਂ ਡਬਲ ਰੋਟੀਆਂ ਖਾ ਲਈਆਂ, ਤੇਜ਼ੀ ਨਾਲ ਨਾਸ਼ਤਾ ਕੀਤਾ, ਉਹਨੂੰ ਤੇ ਹੁਣ ਚਿੱਥਣ ਦਾ ਵੀ ਟਾਈਮ ਲੋਕਾਂ ਕੋਲ ਰਹਿ ਨਹੀਂ ਗਿਆ। ਤੇ ਬੜੀਆਂ ਚੀਜ਼ਾਂ ਹੁਣ ਲੋਕੀ ਨਾਸ਼ਤੇ 'ਚ ਵੰਨ-ਸਵੰਨੀਆਂ ਖਾਂਦੇ ਨੇ, ਲੇਕਿਨ ਉਹਨਾਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਕਮੀ ਰਹਿ ਗਈ ਹੈ ਉਹ ਪਿਆਰ ਮੁਹੱਬਤ ਦੀ ਹੈ, ਜਿਹੜੀ ਉਹ ਸਾਦੇ ਨਾਸ਼ਤੇ ਦੇ ਵਿੱਚ ਹੁੰਦਾ ਸੀ ਤੇ ਅੱਜ ਦੇ ਨਾਸ਼ਤੇ ਦੇ ਵਿੱਚ ਨਜ਼ਰ ਨਹੀਂ ਜੇ ਆਉਂਦਾ। ਹੁਣ ਲੋਕਾਂ ਨੂੰ ਮੁਹੱਬਤਾਂ ਦੀ ਲੋੜ ਹੀ ਨਹੀਂ ਰਹਿ ਗਈ। ਵੇਲਾ ਦੂਰ ਬੈਠਾ ਵੇਖ ਰਿਹਾ ਤੇ ਹੱਸ ਰਿਹਾ। ਤੇ ਚੌਥੀ ਕਿਸਮ ਜੀ ਵੇਲੇ ਦੀ ਹੱਲਾਂ ਵੇਲਾ, ਮਤਲਬ ਉਹ ਵੇਲਾ ਜਦੋਂ ਪੰਜਾਲੀ ਲੈ ਕੇ ਹੱਲ ਲੈ ਕੇ ਤੇ ਕਿਸਾਨਾਂ ਕਾਸ਼ਤਕਾਰਾਂ ਜ਼ਮੀਨਦਾਰਾਂ ਨੇ ਆਪਣੇ ਖੇਤਾਂ ਨੂੰ ਜਾਣਾ ਹੁੰਦਾ ਸੀ, ਜ਼ਮੀਨਾਂ 'ਤੇ ਜਾਣਾ ਹੁੰਦਾ ਸੀ, ਆਪਣੀਆਂ ਪੈਲੀਆਂ ਨੂੰ ਜਾਣਾ ਹੁੰਦਾ ਸੀ। ਤੇ ਇਸ ਵੇਲੇ ਵਿੱਚ ਕਹਿੰਦੇ ਨੇ ਰੱਬ ਦੀ ਬੜੀ ਰਜ਼ਾ ਹੁੰਦੀ ਸੀ। ਰੱਬ ਸੋਹਣਾ ਸਭ ਤੋਂ ਥੱਲੇ ਵਾਲੇ ਅਸਮਾਨ 'ਤੇ ਆ ਕੇ ਉਡੀਕਦਾ ਹੈ ਉਸ ਵੇਲੇ। ਇਹ ਹਦੀਸ ਸ਼ਰੀਫ ਦੇ ਵਿੱਚ ਆਈ ਜੇ ਗੱਲ ਕਿ ਜਿਹੜਾ ਰਾਤ ਦਾ ਆਖਰੀ ਪਹਿਰ ਹੈ ਜਿਹਨੂੰ ਅਸੀਂ ਇੱਥੇ ਹਲਾਂ ਵੇਲਾ ਕਹਿ ਰਹੇ ਹਾਂ, ਉਸ ਵੇਲੇ ਰੱਬ ਸਭ ਤੋਂ ਥੱਲੜੇ ਆਸਮਾਨ 'ਤੇ, ਆਸਮਾਨੇ ਜ਼ਮੀਨ ਜਿਹਨੂੰ ਕਹਿੰਦੇ ਨੇ, ਉਹਦੇ 'ਤੇ ਆ ਕੇ ਤੇ ਇੰਤਜ਼ਾਰ ਕਰਦਾ ਹੈ ਕਿ ਮੇਰਾ ਕੋਈ ਬੰਦਾ ਮੇਰੇ ਕੋਲੋਂ ਕੁਛ ਮੰਗੇ ਤੇ ਮੈਂ ਉਹਦੀ ਦੁਆ ਪੂਰੀ ਕਰਾਂ। ਲੇਕਿਨ ਹੁਣ ਜ਼ਾਹਰ ਹੈ ਕਿ ਅਸੀਂ ਹੁਣੇ ਗੱਲ ਕੀਤੀ ਅੱਗੇ ਕਿ 10 ਵਜੇ ਤੇ ਸਾਡੀ ਸਾਰਿਆਂ ਦੀ ਸਵੇਰ ਹੋਣ ਲੱਗ ਗਈ ਹੈ। ਤੇ ਇਹ ਜਿਹੜੇ ਹਾਲੀ ਨੇ, ਜਿਹੜੇ ਕਿਸਾਨ ਨੇ, ਕਾਸ਼ਤਕਾਰ ਨੇ, ਜ਼ਮੀਨਦਾਰ ਨੇ, ਇਹ ਰਿਜ਼ਕੇ ਹਲਾਲ ਦੀ ਤਲਾਸ਼ 'ਚ ਨਿਕਲਦੇ ਨੇ। ਜਿਹੜੇ ਵੇਲੇ ਨੂੰ ਸਾਡੇ ਪਿੰਡਾਂ 'ਚ ਉਸ ਵੇਲੇ ਦਾ ਨਾਂ ਹੀ ਉਹਨਾਂ ਮਿਹਨਤਕਸ਼ਾਂ ਦੇ ਨਾਂ 'ਤੇ ਹੱਲਾਂ ਵੇਲਾ ਰੱਖ ਦਿੱਤਾ ਗਿਆ ਸੀ। ਤੇ ਇਹ ਇਬਾਦਤਾਂ 'ਚੋਂ ਇੱਕ ਇਬਾਦਤ ਹੀ ਸਮਝ ਲਵੋ ਇਹਨੂੰ, ਕਿ ਲੋਕਾਂ ਨਮਾਜ਼ ਰੋਜ਼ਾ ਕੀਤਾ ਤੇ ਉਸ ਤੋਂ ਬਾਅਦ ਆਪਣੇ ਹਲ ਪੰਜਾਲੀਆਂ ਚੁੱਕੇ ਤੇ ਖੇਤਾਂ ਵੱਲ ਰਿਜ਼ਕੇ ਹਲਾਲ ਦੀ ਤਲਾਸ਼ 'ਚ ਨਿਕਲ ਖੜੇ ਹੋਏ। ਉਰਦੂ ਪੰਜਾਬੀ ਦੇ ਵਿੱਚ ਤੁਸੀਂ ਅਕਸਰ ਇੱਕ ਮਸ਼ਹੂਰ ਫਿਕਰਾ ਲੋਕਾਂ ਕੋਲੋਂ ਸੁਣਿਆ ਹੋਣਾ ਕਿ ਜਿਹੜਾ ਪਰਿੰਦਾ ਸਜਰੇ ਸਵੇਰੇ ਜਲਦੀ ਨਿਕਲਦਾ ਹੈ ਉਹਨੂੰ ਜ਼ਿਆਦਾ ਖਾਣ ਨੂੰ ਕੀੜੇ ਮਕੌੜੇ ਮਿਲਦੇ ਨੇ, ਰਿਜ਼ਕ ਜ਼ਿਆਦਾ ਮਿਲਦਾ ਹੈ।
ਤੇ ਜਿਹੜਾ ਲੇਟ ਹੋ ਜਾਂਦਾ, ਜਿਹਨੂੰ ਦੇਰ ਹੋ ਜਾਂਦੀ ਹੈ, ਕਵੇਲ ਹੋ ਜਾਂਦੀ ਹੈ, ਉਹਨੂੰ ਫਿਰ ਖਾਣ ਨੂੰ ਲੱਭਦਾ ਵੀ ਕੁਛ ਨਹੀਂ। ਹੁਣ ਇੱਥੇ ਇਹ ਨਾ ਕਹਿ ਦਿਆ ਜੇ ਕਿ ਉਹ ਕੀੜੇ ਜਿਹੜੇ ਸਵੇਰੇ ਨਿਕਲਦੇ ਨੇ ਉਹਨਾਂ ਨੂੰ ਤਾਂ ਵੀ ਤਾਂ ਇਹਦੀ ਸਜ਼ਾ ਮਿਲਦੀ ਹੈ। ਇਹ ਅਸੀਂ ਪਰਿੰਦਿਆਂ ਦੀ ਹੀ ਗੱਲ ਕਰ ਰਹੇ ਹਾਂ, ਇੱਥੇ ਕੀੜਿਆਂ ਦੀ ਗੱਲ ਨਹੀਂ ਕਰ ਰਹੇ। ਆਪਣੇ ਆਪ ਨੂੰ ਪਰਿੰਦਾ ਸਮਝੋ, ਸ਼ਾਹੀਨ ਸਮਝੋ, ਆਪਣੇ ਆਪ ਨੂੰ ਕੀੜਾ ਮਕੌੜਾ ਨਾ ਸਮਝੋ। ਅੱਛਾ ਜੀ, ਪੰਜਵੀਂ ਕਿਸਮ ਜੇ ਸਰਗੀ ਵੇਲਾ। ਇਹ ਤਾਂ ਮੇਰਾ ਖਿਆਲ ਹੈ ਹੁਣ ਤੱਕ ਇਹਦਾ ਨਾਂ ਤਾਂ ਅਸੀਂ ਸਾਰੇ ਲੈਂਦੇ ਹੀ ਹਾਂ, ਖਾਸ ਤੌਰ 'ਤੇ ਰਮਜ਼ਾਨ ਸ਼ਰੀਫ ਦੇ ਮਹੀਨੇ ਦੇ ਵਿੱਚ, ਜਿਹਨੂੰ ਅਸੀਂ ਅੱਜ ਕੱਲ੍ਹ ਸਹਿਰੀ ਕਹਿੰਦੇ ਹਾਂ ਉਰਦੂ ਦੇ ਵਿੱਚ, ਪੰਜਾਬੀ 'ਚ ਵੀ ਹੁਣ ਸਹਿਰੀ ਹੀ ਕਿਹਾ ਜਾਂਦਾ ਹੈ। ਅਸਲ 'ਚ ਉਸ ਵੇਲੇ ਨੂੰ ਸਾਡੇ ਨਿੱਕੇ ਹੁੰਦਿਆਂ ਵੀ ਸਰਗੀ ਵੇਲਾ ਕਿਹਾ ਜਾਂਦਾ ਸੀ। ਅਤੇ ਇਹ ਵੇਲਾ ਬੜੀਆਂ ਬਰਕਤਾਂ ਵਾਲਾ ਵੇਲਾ ਜੀ, ਇਹਦੇ 'ਚ ਕੋਈ ਸ਼ੱਕ ਨਹੀਂ। ਘਰ ਦੇ ਸਾਰੇ ਜੀ ਇਕੱਠੇ ਹੋ ਕੇ ਇੱਕੋ ਥਾਂ ਰਲ ਕੇ ਖਾਣਾ ਪੀਣਾ, ਰੱਬ ਦੀਆਂ ਰਹਿਮਤਾਂ 'ਤੇ ਸ਼ੁਕਰ ਕਰਨਾ, ਔਰ ਯਕੀਨ ਕਰੋ ਬੜੇ ਬੜੇ ਸਾਦੇ ਖਾਣੇ। ਮਤਲਬ ਅਗਰ ਅਸੀਂ ਆਪਣੇ ਬਚਪਨ ਦੀ ਗੱਲ ਕਰੀਏ ਤਾਂ ਇੰਝ ਯਾਦ ਪੈਂਦਾ ਜਿਵੇਂ ਸਰਗੀ ਦੇ ਨਾਲ ਅਗਰ ਖਾਣ ਪੀਣ ਦਾ ਕੋਈ ਚੀਜ਼ ਜੁੜੀ ਹੋਈ ਸੀ ਪੱਕੀ, ਅਤੇ ਉਹ ਤਾਂ ਦੇਸੀ ਘਿਓ ਦੇ ਉੱਤੇ ਥੋੜ੍ਹੀ ਜਿਹੀ ਸ਼ੱਕਰ ਪਾ ਕੇ ਅਤੇ ਉਹਨੂੰ ਹੀ ਖਾ ਲੈਣਾ, ਅਤੇ ਮਗਰੋਂ ਚਾਹ ਦਾ ਇੱਕ ਕੱਪ ਪੀ ਕੇ ਅਤੇ ਪਾਣੀ ਦੇ ਢੇਰ ਸਾਰੇ ਗਲਾਸ ਪੀ ਕੇ ਅਤੇ ਅਲਹਮਦੁਲਿਲਾ, ਅਤੇ ਫਿਰ ਸਾਰਾ ਦਿਨ ਰੋਜ਼ਾ ਰੱਖ ਲੈਣਾ, ਅਤੇ ਕੋਈ ਰੋਜ਼ੇ ਨੇ ਵੀ ਤੰਗ ਨਹੀਂ ਕਰਨਾ, ਅਤੇ ਅਸੀਂ ਵੀ ਰੋਜ਼ੇ ਨੂੰ ਤੰਗ ਨਹੀਂ ਕਰਨਾ। ਹੁਣ ਮੇਰਾ ਖਿਆਲ ਹੈ ਨਾ ਉਹ ਸਰਗੀਆਂ ਰਹੀਆਂ ਅਤੇ ਨਾ ਹੀ ਉਹ ਰੋਜ਼ੇ ਰਹਿ ਗਏ। ਵੇਲੇ ਦੀ 6ਵੀਂ ਕਿਸਮ ਜੇ ਲੋਡਾ ਵੇਲਾ, ਯਾਨੀ ਜਿਸ ਟਾਈਮ ਤੁਸੀਂ ਸਮਝੋ ਕਿ ਦਿਨ ਢਲ ਰਿਹਾ ਹੁੰਦਾ ਹੈ, ਤੀਜਾ ਪਹਿਰ ਜਿਹਨੂੰ ਅਸੀਂ ਕਹਿੰਦੇ ਹਾਂ, ਸ਼ਾਮ ਤੋਂ ਪਹਿਲਾਂ ਦਾ ਜਿਹੜਾ ਟਾਈਮ ਹੈ। ਇਹ ਵੇਲਾ ਵੀ ਆਪਣੇ ਅੰਦਰ ਕਦੀ ਬੜੀ ਸਮਝ ਲਓ ਕਿ ਉਦਾਸੀ ਰੱਖਦਾ ਸੀ। ਦਿਨ ਜਿਵੇਂ ਜਿਵੇਂ ਢਲਦਾ ਹੈ ਉਸੇ ਤਰ੍ਹਾਂ ਦਿਲਾਂ ਦੇ ਅੰਦਰ ਇੱਕ ਉਦਾਸੀ ਜਿਹੀ ਵੜਦੀ ਜਾਂਦੀ ਸੀ। ਲੇਕਿਨ ਇਹ ਉਦੋਂ ਦੀਆਂ ਗੱਲਾਂ ਜੇ ਜਦੋਂ ਲੋਕਾਂ ਨੂੰ ਵੇਲੇ ਦਾ ਅਹਿਸਾਸ ਚੜ੍ਹਦੇ ਲਹਿੰਦੇ ਸੂਰਜ ਨੂੰ ਵੇਖ ਕੇ ਹੁੰਦਾ ਸੀ। ਹੁਣ ਤਾਂ ਘੜੀਆਂ ਦਾ ਮਾਮਲਾ ਹੈ, ਅੰਦਰਾਂ ਦੇ ਅੰਦਰ ਬੈਠੇ ਹੁੰਦੇ ਆ, ਬਾਹਰ ਕਦੀ ਨਿਕਲ ਕੇ ਸੂਰਜ ਦੀ ਸ਼ਕਲ ਨਹੀਂ ਵੇਖੀ, ਇਸ ਲਈ ਉਹ ਉਦਾਸੀਆਂ ਵੀ ਨਹੀਂ ਰਹਿ ਗਈਆਂ। ਚਲੋ ਇਹ ਅਗਰ ਤੁਹਾਨੂੰ ਇੱਕ ਚੰਗੀ ਚੀਜ਼ ਲੱਗਦੀ ਹੈ ਕਿ ਵੇਲਾ ਸਾਨੂੰ ਉਦਾਸ ਨਹੀਂ ਕਰਦਾ ਤੇ ਖੁਸ਼ ਹੋ ਜਾਓ। ਅਤੇ ਇਹ ਤੀਜਾ ਪਹਿਰ ਜਿਹੜਾ ਇਹ ਸਾਨੂੰ ਹਯਾਤੀ ਦੇ ਤੀਜੇ ਪਹਿਰ ਦੀ ਤੁਸੀਂ ਸਮਝ ਲਓ ਕਿ ਇੱਕ ਉਹਦੇ ਵੱਲੋਂ ਡਰਾਵਾ ਦੇ ਰਿਹਾ ਹੁੰਦਾ ਹੈ। ਇਸ ਵੇਲੇ ਨੂੰ ਰੱਬ ਸੋਹਣੇ ਨੇ ਕੁਝ ਅਜੀਬ ਚਿੱਟੇ ਅਤੇ ਕਾਲੇ ਰੰਗ ਦਿੱਤੇ ਨੇ। ਇਹ ਬਲੈਕ ਐਂਡ ਵਾਈਟ ਟਾਈਮ ਤੁਸੀਂ ਸਮਝ ਲਓ, ਅਤੇ ਸਾਡੇ ਅੰਦਰ ਇੱਕ ਅਹਿਸਾਸ ਜਿਹਾ ਹੁੰਦਾ ਹੈ ਅਗਰ ਅਸੀਂ ਇਹਨੂੰ ਮਹਿਸੂਸ ਕਰੀਏ ਦਿਲ ਦੀਆਂ ਗਹਿਰਾਈਆਂ ਨਾਲ, ਕਿ ਜਿਸ ਤਰ੍ਹਾਂ ਦਿਨ ਢਲ ਰਿਹਾ ਹੈ, ਸੂਰਜ ਦੇ ਡੁੱਬਣ ਦਾ ਵੇਲਾ ਬਸ ਤਕਰੀਬਨ ਹੋਣ ਹੀ ਵਾਲਾ ਹੈ। ਇਸੇ ਤਰ੍ਹਾਂ ਬਸ ਸਾਨੂੰ ਅਹਿਸਾਸ ਹੋ ਰਿਹਾ ਹੁੰਦਾ ਕਿ ਮੇਰੀ ਜ਼ਿੰਦਗੀ ਵੀ ਇਸੇ ਤਰ੍ਹਾਂ ਕਿਸੇ ਦਿਨ ਅਚਾਨਕ ਮੁੱਕ ਜਾਣੀ ਹੈ। ਵੇਲਾ ਸਾਨੂੰ ਅਹਿਸਾਸ ਦਿਲਾ ਰਿਹਾ ਹੁੰਦਾ ਹੈ ਕਿ ਕਿੰਨਾ ਸਾਰਾ ਹਿੱਸਾ ਅੱਜ ਦੇ ਦਿਨ ਦਾ ਵੀ ਗੁਜ਼ਰ ਗਿਆ ਅਤੇ ਇਸ ਜ਼ਿੰਦਗੀ ਦਾ ਵੀ ਗੁਜ਼ਰ ਗਿਆ, ਅਤੇ ਅਸੀਂ ਸ਼ੁਕਰ ਕੀਤਾ ਜਾਂ ਨਹੀਂ। ਜੇ ਤੇ ਸ਼ੁਕਰ ਕਰਕੇ ਹੁਣ ਤੱਕ ਲੰਘਾਈਏ ਗੁਜ਼ਾਰੀਏ ਤਾਂ ਫਿਰ ਤਾਂ ਬਹੁਤ ਅੱਛੀ ਗੱਲ ਹੈ, ਅਤੇ ਅਗਰ ਸਾਰਾ ਦਿਨ ਵੀ ਅੱਜ ਦਾ ਕੋਈ ਚੰਗੇ ਕੰਮ ਕਰਦਿਆਂ ਗੁਜ਼ਰਿਆ ਤਾਂ ਇਹ ਵੀ ਬੜੀ ਅੱਛੀ ਗੱਲ ਹੈ। ਇਹ ਜਿਹੜਾ ਲੋਡਾ ਵੇਲਾ ਹੈ ਤੁਸੀਂ ਸਮਝ ਲਵੋ ਕਿ ਇਹਨੂੰ ਅਸੀਂ ਕਹਿੰਦੇ ਹਾਂ ਕਿ ਇਹ ਦਿਨ ਦਾ ਤੀਸਰਾ ਪਹਿਰ ਹੈ, ਦਿਨ ਦਾ ਤੀਜਾ ਹਿੱਸਾ ਹੈ। ਅਤੇ ਬਸ ਤੁਸੀਂ ਇਹੀ ਸਮਝ ਲਵੋ ਕਿ ਇਹ ਸਾਨੂੰ ਬੜੀ ਸ਼ਿੱਦਤ ਨਾਲ ਇਸ ਗੱਲ ਦਾ ਅਹਿਸਾਸ ਦਿਲਾ ਰਿਹਾ ਹੁੰਦਾ ਕਿ ਬੰਦਿਆ, ਜਿਵੇਂ ਦਿਨ ਦੇ 3 ਹਿੱਸੇ ਲੰਘ ਗਏ ਐਵੇਂ ਤੇਰੀ ਜ਼ਿੰਦਗੀ ਦੇ ਵੀ 3 ਹਿੱਸੇ ਲੰਘ ਗਏ। ਬਸ ਤੇਰੀ ਜ਼ਿੰਦਗੀ ਵੀ ਕਿਸੇ ਟਾਈਮ ਇਸੇ ਤਰ੍ਹਾਂ ਅਚਾਨਕ ਮੁੱਕ ਜਾਣੀ ਹੈ। ਅਸੀਂ ਕਦੀ ਸੂਰਜ ਨੂੰ ਵੇਖੀਏ ਨਾ, ਜਿਸ ਟਾਈਮ ਉਹਦੇ ਡੁੱਬਣ ਦਾ ਟਾਈਮ ਹੋ ਰਿਹਾ ਹੁੰਦਾ ਅਤੇ ਉਹ ਇੰਝ ਕਰਕੇ ਚੁਟਕੀ ਵਜਾਈ ਦੀ ਹੈ ਅਤੇ ਪਤਾ ਵੀ ਨਹੀਂ ਲੱਗਦਾ ਹੁਣੇ ਸੂਰਜ ਚਮਕ ਰਿਹਾ ਸੀ ਅਤੇ ਹੁਣ ਡੁੱਬ ਗਿਆ। ਬਸ ਜ਼ਿੰਦਗੀ ਦਾ ਵੀ ਇਹੀ ਮਾਮਲਾ ਜੇ ਕਿ ਤੀਜਾ ਪਹਿਰ ਜ਼ਿੰਦਗੀ ਦਾ, ਹਰ ਪਹਿਰ ਹੀ ਤੀਜਾ ਪਹਿਰ ਹੈ। ਅਗਰ ਹਕੀਕਤ ਦੇਖੀ ਜਾਏ ਕਿਸੇ ਵੀ ਲਮਹੇ ਜ਼ਿੰਦਗੀ ਦਾ ਸੂਰਜ ਇਸੇ ਤਰ੍ਹਾਂ ਡੁੱਬ ਜਾਂਦਾ ਹੈ। 7ਵੇਂ ਵੇਲੇ ਨੂੰ ਕਹਿੰਦੇ ਨੇ ਭੱਤੇ ਵੇਲਾ, ਯਾਨੀ ਪਹਿਰ ਦਿਨ ਚੜ੍ਹੇ ਖਾਣਾ ਖਾਣ ਦਾ ਵੇਲਾ, ਕਿ ਜਿਸ ਟਾਈਮ ਖੇਤਾਂ 'ਚ ਕੰਮ ਕਰਨ ਵਾਲਿਆਂ ਵਾਸਤੇ ਉਹਨਾਂ ਦੇ ਘਰਾਂ ਦੀਆਂ ਜਿਹੜੀਆਂ ਬੀਬੀਆਂ ਨੇ ਉਹ ਰੋਟੀ ਲੈ ਕੇ ਜਾਂਦੀਆਂ ਸੀ। ਅਤੇ ਇਹ ਵੇਲਾ ਵੀ ਹੁਣ ਮੁੱਕੀ ਜਾਂਦਾ ਕਿਉਂਕਿ ਹੁਣ ਪਿੰਡਾਂ 'ਚ ਵੀ ਉਹ ਹਿਸਾਬ ਕਿਤਾਬ ਰਹਿ ਨਹੀਂ ਗਏ ਉਸ ਤਰ੍ਹਾਂ, ਨਾ ਹੀ ਹੁਣ ਹਲ ਵਾਹਣ ਵਾਲੇ ਹਿਸਾਬ ਕਿਤਾਬ ਰਹਿ ਗਏ, ਟਰੈਕਟਰ ਆ ਗਏ, ਅਤੇ ਖੇਤਾਂ 'ਚ ਉਹਨਾਂ ਵਕਤ ਹੁਣ ਜ਼ਮੀਨਦਾਰਾਂ ਨੂੰ ਗੁਜ਼ਾਰਨਾ ਨਹੀਂ ਪੈਂਦਾ। ਅਤੇ ਲੇਕਿਨ ਉਸ ਵੇਲੇ ਦਾ ਇੱਕ ਹੁਸਨ ਤਾਂ ਹੈ ਸੀ, ਇੱਕ ਖੂਬਸੂਰਤੀ ਤਾਂ ਹੈ ਸੀ ਕਿ ਜਿਹੜੀਆਂ ਘਰਾਂ ਦੀਆਂ ਬੀਬੀਆਂ ਹੁੰਦੀਆਂ ਸੀ, ਮੈਂ ਉਹਨਾਂ ਲਈ ਮੁਟਿਆਰਾਂ ਦਾ ਲਫ਼ਜ਼ ਬਿਲਕੁਲ ਨਹੀਂ ਜੇ ਇਸਤੇਮਾਲ ਕਰ ਰਿਹਾ, ਉਹ ਬੜਾ ਫਿਲਮੀ ਜਿਹਾ ਲਫ਼ਜ਼ ਲੱਗਦਾ। ਪਿੰਡਾਂ ਦੀਆਂ ਘਰਾਂ ਦੀਆਂ ਜਿਹੜੀਆਂ ਬੀਬੀਆਂ ਸੀ ਉਹ ਆਪਣੇ ਘਰਾਂ ਦੇ ਮਰਦਾਂ ਵਾਸਤੇ, ਆਪਣੇ ਕਹਿ ਲਵੋ ਕਿ ਪਿਓਾਂ ਵਾਸਤੇ, ਆਪਣੇ ਭਰਾਵਾਂ ਵਾਸਤੇ, ਆਪਣੇ ਘਰ ਵਾਲਿਆਂ ਵਾਸਤੇ, ਆਪਣੇ ਪੁੱਤਰਾਂ ਵਾਸਤੇ ਰੋਟੀ ਲੈ ਕੇ ਜਾਂਦੀਆਂ ਹੁੰਦੀਆਂ ਸੀ। ਅਤੇ ਤੁਸੀਂ ਸ਼ਾਇਦ ਪੁਰਾਣੀਆਂ ਅਗਰ ਫਿਲਮਾਂ ਡਰਾਮੇ ਵੇਖੇ ਹੋਣ, ਅਗਰ ਤੁਸੀਂ ਹਕੀਕਤ 'ਚ ਮੰਜ਼ਰ ਨਹੀਂ ਵੇਖਿਆ, ਅਤੇ ਉਹ ਬੰਦਾ ਜਿਹੜਾ ਨਾ ਉਹ ਉੱਥੇ ਬਹਿ ਕੇ ਜਿਸ ਵੇਲੇ ਰੋਟੀ ਖਾ ਰਿਹਾ ਹੁੰਦਾ ਸੀ, ਅਤੇ ਉਹ ਜਿਹੜੀ ਬੀਬੀ ਉਹਦੀ ਮਾਂ ਹੈ ਜਾਂ ਉਹਦੀ ਭੈਣ ਹੈ ਜਾਂ ਉਹਦੀ ਬੀਵੀ ਹੈ ਜਾਂ ਉਹਦੀ ਧੀ ਹੈ, ਉਹ ਉਹਨੂੰ ਪੱਖੀ ਚੱਲ ਰਹੀ ਹੁੰਦੀ ਸੀ। ਜ਼ਾਹਿਰ ਹੈ ਆਮ ਤੌਰ 'ਤੇ ਕਣਕਾਂ ਦੇ ਦਿਨਾਂ 'ਚ ਸਭ ਤੋਂ ਜ਼ਿਆਦਾ ਇਹ ਮੰਜ਼ਰ ਵੇਖਣ ਨੂੰ ਮਿਲਦਾ ਸੀ, ਅਤੇ ਉਹ ਗਰਮੀਆਂ ਦਾ ਮੌਸਮ, ਅਤੇ ਉਹ ਰੋਟੀ ਖਾ ਰਿਹਾ ਅਤੇ ਉਹਨੂੰ ਪਸੀਨਾ ਆ ਰਿਹਾ ਅਤੇ ਉਹ ਉਹਨੂੰ ਪੱਖੀ ਚੱਲ ਰਹੀ ਹੈ ਬੜੇ ਪਿਆਰ ਨਾਲ, ਅਤੇ ਗੰਦਲਾਂ ਦਾ ਸਾਗ ਅਤੇ ਨਾਲ ਮੱਖਣ
ਤੇ ਨਾਲ ਮਕਈ ਦੀ ਰੋਟੀ ਤੇ ਬਸ ਉਹ ਜਿਹੜੀ ਸੱਜਣਾ ਵਾਸਤੇ ਰਿੰਨ ਕੇ ਲਿਆਉਂਦੀਆਂ ਸੀ, ਹੁਣ ਨਾ ਹੀ ਉਹ ਸੱਜਣ ਰਹਿ ਗਏ ਜੇ ਤੇ ਨਾ ਹੀ ਉਹ ਰਿੰਨ ਕੇ ਲਿਆਉਣ ਵਾਲੀਆਂ ਸਜਣੀਆਂ ਰਹਿ ਗਈਆਂ ਨੇ। ਲਓ ਜੀ, 8ਵਾਂ ਵੇਲਾ ਜਿਹਨੂੰ ਕਹਿੰਦੇ ਨੇ ਦੀਵੇ ਵੱਟੀ ਵੇਲਾ। ਸੂਰਜ ਡੁੱਬਣ ਦੇ ਫੌਰਨ ਬਾਅਦ ਜਿਸ ਟਾਈਮ ਘਰਾਂ ਦੇ ਵਿੱਚ ਦੀਵੇ ਚਿਰਾਗ ਬਾਲਣੇ ਸ਼ੁਰੂ ਕਰ ਦਿੰਦੇ ਸੀ ਲੋਕ, ਉਸ ਵੇਲੇ ਨੂੰ ਕਹਿੰਦੇ ਨੇ ਦੀਵੇ ਵੱਟੀ ਵੇਲਾ। ਤੇ ਸਾਰੇ ਕੰਮਕਾਰ ਉਸ ਤੋਂ ਪਹਿਲੇ ਮੁਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਸੀ। ਬਿਜਲੀ ਚੂँਕਿ ਉਸ ਜ਼ਮਾਨੇ 'ਚ ਨਹੀਂ ਸੀ ਹੁੰਦੀ, ਇਹ ਵੇਲਾ ਮੈਂ ਨਹੀਂ ਜੇ ਵੇਖਿਆ ਹੋਇਆ, ਲੇਕਿਨ ਵੈਸੇ ਮੈਂ ਇਹਦੇ ਬਾਰੇ ਜੋ ਜਾਣਨਾ ਵਾ, ਜੋ ਪੜ੍ਹਿਆ, ਜੋ ਸੁਣਿਆ, ਉਹ ਤੁਹਾਨੂੰ ਦੱਸ ਦਿੰਦਾ ਵਾਂ, ਕਿਉਂਕਿ ਕੋਸ਼ਿਸ਼ ਬਹਰਹਾਲ ਫਿਤਰੀ ਤੌਰ 'ਤੇ ਸਮਝ 'ਚ ਆਉਣ ਵਾਲੀ ਗੱਲ ਹੈ ਕਿ ਉਸ ਤੋਂ ਪਹਿਲੇ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਜਿੰਨੇ ਕੰਮਕਾਰ ਹੈਗੇ ਨੇ ਉਹ ਨੈਚੁਰਲ ਲਾਈਟ, ਸੂਰਜ ਦੀ ਰੋਸ਼ਨੀ ਦੇ ਵਿੱਚ ਮੁਕੰਮਲ ਕਰ ਲਏ ਜਾਣ, ਕਿਉਂਕਿ ਦੀਵੇ ਦੀ ਰੋਸ਼ਨੀ ਇੰਨੀ ਤੇ ਨਹੀਂ ਸੀ ਹੁੰਦੀ ਕਿ ਉਹਦੇ 'ਚ ਬੀਬੀਆਂ ਜਿਹੜੀਆਂ ਨੇ ਉਹ ਕਸ਼ੀਦਾਕਾਰੀ ਕਰ ਸਕਣ। ਤੇ ਲਾਲਟੈਨਾਂ ਸਾਫ਼ ਕਰਨੀਆਂ ਉਹਨਾਂ ਨੇ, ਸ਼ੀਸ਼ੇ ਉਹਨਾਂ ਦੇ ਸਾਫ਼ ਕਰਨੇ, ਉਹਨਾਂ ਦੀ ਬੱਤੀ ਠੀਕ ਕਰਨੀ, ਉਹਨਾਂ ਦਾ ਤੇਲ ਪੂਰਾ ਕਰਨਾ, ਉਹਨਾਂ ਦੇ ਢੱਕਣ ਜਿਹੜੇ ਨੇ ਉਹਨਾਂ ਨੂੰ ਸਾਫ਼ ਸੁਥਰਾ ਰੱਖਣਾ। ਇਹ ਜਦੋਂ ਲਾਲਟੈਨ ਜਾਂ ਦੀਵਾ ਬਲਦਾ ਨਾ ਤੇ ਉਹਦੇ 'ਚੋਂ ਜਿਹੜਾ ਕਾਲਾ ਧੂੰਆਂ ਨਿਕਲਦਾ ਉਹ ਆਲ ਦੁਆਲ ਕਾਲਕ ਲਾ ਦਿੰਦਾ, ਕੰਧ ਨੂੰ ਦੀਵਾ ਕਾਲਕ ਲਾ ਦਿੰਦਾ ਸੀ। ਤੇ ਜਿਹੜੀ ਦੀ ਲਾਲਟੈਨ ਦੀ ਲੋ ਹੁੰਦੀ ਹੈ ਉਹਦੇ ਨਾਲ ਸ਼ੀਸ਼ੇ ਕਾਲੇ ਹੋ ਜਾਂਦੇ ਸੀ। ਉਹ ਲਾਲਟੈਨਾਂ ਤੇ ਅਸੀਂ ਆਪ ਵੀ ਵਰਤੀਆਂ ਨੇ, ਹੁਣ ਵੀ ਕੀ ਪਤਾ ਇੱਕ ਦੀ ਸਾਡੇ ਘਰ ਕਿਤੇ ਪਈ ਹੋਏਗੀ। ਤੇ ਬੜੀ ਦੂਰੋਂ ਮੰਗਾਈ ਦੀਆਂ ਸੀ, ਮੈਨੂੰ ਯਾਦ ਹੈ, ਪਤਾ ਨਹੀਂ ਨਸ਼ਹਿਰਿਓਂ ਕਿ ਪਿਸ਼ਾਵਰ ਤੋਂ, ਉੱਥੋਂ ਬੜੀਆਂ ਅੱਛੀਆਂ ਮਿਲਦੀਆਂ ਸੀ ਤੇ ਲਾਲਟੈਨਾਂ ਉੱਥੋਂ ਮੰਗਾਈ ਦੀਆਂ ਸੀ ਸਾਡੇ ਬਚਪਨ 'ਚ। ਤੇ ਉਦੋਂ UPS ਨਹੀਂ ਸੀ ਹੁੰਦੇ ਤੇ ਬਿਜਲੀ ਉਦੋਂ ਵੀ ਕਦੀ ਕਦਾਰ ਜਾਂਦੀ ਹੁੰਦੀ ਸੀ। ਤੇ ਫਿਰ ਜਨਾਬ ਜਦੋਂ ਦਿਨ ਦੇ ਟਾਈਮ ਲਾਲਟੈਨਾਂ ਦਾ ਖਿਆਲ ਰੱਖਿਆ ਜਾਂਦਾ ਸੀ, ਉਹਨਾਂ ਨੂੰ ਸਾਫ਼ ਸੁਥਰਾ ਕਰਕੇ ਤੇ ਕਿਸੇ ਉੱਚੀ ਥਾਂ ਰੱਖਿਆ ਜਾਂਦਾ ਸੀ। ਇਹਦਾ ਸ਼ੀਸ਼ਾ ਬੜਾ ਨਾਜ਼ੁਕ ਹੁੰਦਾ ਸੀ, ਪਤਾ ਨਹੀਂ ਰੂਸ ਕਿੱਥੋਂ ਕਹਿੰਦੇ ਨੇ ਉਹ ਸ਼ੀਸ਼ਾ ਬਣ ਕੇ ਆਉਂਦਾ ਸੀ, ਤੇ ਬੜਾ ਨਾਜ਼ੁਕ ਜਿਹਾ ਸ਼ੀਸ਼ਾ ਹੁੰਦਾ ਸੀ। ਆਮ ਤੌਰ 'ਤੇ ਬਾਲਾਂ ਦੇ ਹੱਥੋਂ ਉਹਦੀਆਂ ਸ਼ਹਾਦਤਾਂ ਹੁੰਦੀਆਂ ਰਹਿੰਦੀਆਂ ਸੀ। ਇਸ ਵੇਲੇ 'ਚ ਹੋਰ ਤੇ ਫਿਰ ਜ਼ਾਹਿਰ ਹੈ, ਮੈਂ ਜਿਸ ਤਰ੍ਹਾਂ ਦੱਸਿਆ ਅੱਗੇ ਅਰਜ਼ ਕੀਤੀ ਕਿ ਹੋਰ ਤੇ ਕੁਝ ਕਰ ਨਹੀਂ ਸੀ ਸਕਦੇ ਸਾਰੇ ਲੋਕ। ਤੇ ਇਹ ਉਹ ਵੇਲਾ ਸੀ ਜਿਸ ਵੇਲੇ ਸਾਰੇ ਕੰਮਾਂ ਕਾਰਾਂ ਤੋਂ ਆ ਕੇ, ਭਾਵੇਂ ਬਾਲ ਨੇ ਤੇ ਉਹ ਸਕੂਲਾਂ ਦੀਆਂ ਪੜ੍ਹਾਈਆਂ ਤੋਂ ਫਾਰਗ ਹੋ ਕੇ, ਸਾਰੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ, ਮਾਈਆਂ ਬੁੱਢੀਆਂ ਵੀ ਬਹਿ ਗਈਆਂ ਤੇ ਖੇਤਾਂ 'ਚੋਂ ਕੰਮ ਕਰਨ ਵਾਲੇ ਮਰਦ ਵੀ ਸਾਰੇ ਆ ਕੇ ਬਹਿ ਗਏ। ਕਹਾਣੀਆਂ ਸੁਣਾਉਣਾ, ਉਹ ਜਿਹੜੀਆਂ ਜਿਹਨੂੰ ਕਹਿੰਦੇ ਨੇ ਨਾਨੀਆਂ ਦੀਆਂ ਤੇ ਦਾਦੀਆਂ ਦੀਆਂ ਕਹਾਣੀਆਂ, ਤੇ ਸਾਡੀਆਂ ਤਾਂ ਖੈਰ ਮਾਸੀਆਂ, ਅਸੀਂ ਤਾਂ ਆਪਣੀਆਂ ਮਾਸੀਆਂ ਕੋਲੋਂ ਕਹਾਣੀਆਂ ਸੁਣੀ ਦੀਆਂ ਸੀ, ਇੰਨੀਆਂ ਨਾਨੀ ਕੋਲੋਂ ਨਹੀਂ ਸੁਣੀਆਂ, ਮਾਂ ਕੋਲੋਂ ਨਹੀਂ ਸੁਣੀਆਂ ਜਿੰਨੀਆਂ ਮਾਸੀਆਂ ਨੇ ਸੁਣਾਈਆਂ ਨੇ। ਤੇ ਉਹ ਵਕਤ ਬੜੇ ਸ਼ਾਨਦਾਰ ਵਕਤ ਹੁੰਦੇ ਸੀ। ਤੇ ਜਿਹੜੇ ਪੜ੍ਹਨ ਵਾਲੇ ਸੀ, ਜਿਨ੍ਹਾਂ ਦੀਆਂ ਪੜ੍ਹਾਈਆਂ ਕਹਿ ਲਓ ਕਿ ਵੱਡੀਆਂ ਪੜ੍ਹਾਈਆਂ ਜਿਨ੍ਹਾਂ ਨੂੰ ਆਉਂਦੇ ਸੀ, ਉਹ ਆਪਣੀਆਂ ਪੜ੍ਹਾਈਆਂ ਫਿਰ ਦੀਵੇ ਦੀ ਜਾਂ ਲਾਲਟੈਨ ਦੀ ਰੋਸ਼ਨੀ ਦੇ ਵਿੱਚ ਇਸੇ ਵੇਲੇ ਸ਼ੁਰੂ ਕਰਦੇ ਸੀ। ਤੇ ਬਹੁਤੀ ਦੇਰ ਤੱਕ ਤੇ ਜ਼ਾਹਿਰ ਹੈ ਉਸ ਦੌਰ ਦੇ ਵਿੱਚ ਜਾਗਣਾ ਹੁੰਦਾ ਨਹੀਂ ਸੀ, ਤੇ ਇਸ ਵਜ੍ਹਾ ਤੋਂ ਉਸੇ ਟਾਈਮ ਪੜ੍ਹਨਾ ਸ਼ੁਰੂ ਕੀਤਾ ਜਿਸ ਟਾਈਮ ਕੰਮ ਮੁੱਕ ਗਿਆ ਤੇ ਸੌਂ ਗਏ। ਅੱਛਾ ਜੀ, ਇਹ ਤੁਹਾਨੂੰ ਅਸੀਂ ਕੋਈ 8 ਕੁ ਕਿਸਮਾਂ ਵੇਲੇ ਦੀਆਂ ਦੱਸੀਆਂ, ਜ਼ਾਹਿਰ ਕਿਤੋਂ ਪੜ੍ਹ ਕੇ ਹੀ ਦੱਸੀਆਂ, ਸੁਣ ਕੇ ਦੱਸੀਆਂ, ਕੁਝ ਆਪਣੇ ਦਿਲ ਦੀਆਂ, ਆਪਣੀ ਯਾਦ ਦੀਆਂ, ਕਿਉਂਕਿ ਤੁਹਾਨੂੰ ਯਾਦ ਹੋਏਗਾ ਜਿਹੜੀ 1000 ਸਬਸਕ੍ਰਾਈਬਰ ਪੂਰੇ ਹੋਣ ਤੇ ਤੁਹਾਨੂੰ ਸ਼ੁਕਰੀਆ ਕਰਨ ਵਾਲੀ ਵੀਡੀਓ ਬਣਾਈ ਸੀ ਨਾ, ਉਹਦੇ ਵਿੱਚ ਆਖਿਆ ਸੀ ਕਿ ਮਾਜ਼ੀ ਦੀਆਂ ਕੁਝ ਯਾਦਾਂ ਦਾ ਵੀ ਜ਼ਿਕਰ ਹੋਵੇਗਾ, ਤੇ ਅੱਜ ਉਹ ਵੀ ਤੁਹਾਡਾ ਆਧਾਰ ਅਸੀਂ ਲਾ ਦਿੱਤਾ ਜੇ। ਕਹਿੰਦੇ ਨੇ ਜੀ ਵੇਲਾ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਇਹ ਤੁਸੀਂ ਉਹ ਜਿਹੜੇ ਵੇਲੇ ਦੀ ਉਡੀਕ 'ਚ ਹੁੰਦੇ ਹੋ, ਤੇ ਵੇਲਾ ਹਰ ਬੰਦੇ ਵਾਸਤੇ ਇੱਕ ਮੁਖਤਲਿਫ ਵੱਖਰਾ ਹੀ ਜ਼ਾਇਕਾ ਲੈ ਕੇ ਆਉਂਦਾ। ਤੇ ਵੇਲੇ ਦੇ ਖੀਸੇ ਦੇ ਵਿੱਚ ਸਿੱਕੇ ਨੇ, ਕਿਸੇ ਵਾਸਤੇ ਖਰੇ ਨੇ ਤੇ ਕਿਸੇ ਵਾਸਤੇ ਖੋਟੇ ਨੇ। ਸਿੱਕੇ ਹਰ ਕਿਸੇ ਵਾਸਤੇ ਵੇਲੇ ਨੇ ਆਪਣੇ ਖੀਸੇ ਦੇ ਵਿੱਚ ਰੱਖੇ ਹੋਏ ਨੇ। ਤੇ ਕਿਸੇ ਲਈ ਵੇਲਾ ਹਰ ਵੇਲੇ ਹੱਥਾਂ ਤੇ ਖੁਸ਼ਕਿਸਮਤੀ ਚੁੱਕੀ ਫਿਰਦਾ। ਮਤਲਬ ਵੇਲਾ ਤੁਹਾਡੇ ਕੋਲ ਲੰਘ ਰਿਹਾ, ਉਹਨੇ ਖੁਸ਼ਕਿਸਮਤੀ ਤੁਹਾਡੇ ਅੱਗੇ ਕੀਤੀ ਤੇ ਤੁਸੀਂ ਉਹਦੇ ਵਿੱਚੋਂ ਆਪਣਾ ਹਿੱਸਾ ਚੁੱਕ ਲਿਆ। ਐਸੇ ਖੁਸ਼ਕਿਸਮਤ ਲੋਕ ਵੀ ਹੈ ਨੇ ਜੀ ਦੁਨੀਆ ਦੇ ਵਿੱਚ ਕਿ ਉਹ ਵੇਲੇ ਕੋਲੋਂ ਇੱਕ ਮੰਗਦੇ ਨੇ ਤੇ ਵੇਲਾ ਉਹਨਾਂ ਨੂੰ 100 ਖੁਸ਼ੀਆਂ ਦੇ ਰਿਹਾ ਹੁੰਦਾ। ਤੇ ਵੇਲਾ ਉਹਨਾਂ ਲਈ ਫੁੱਲਾਂ ਦੇ ਹਾਰ ਲੈ ਕੇ ਉਹਨਾਂ ਦੇ ਇਸਤਕਬਾਲ ਲਈ ਜੀ ਆਇਆਂ ਨੂੰ ਆਖਣ ਵਾਸਤੇ ਖਲੋਤਾ ਹੁੰਦਾ ਹੈ। ਉਹ ਮਿੱਟੀ ਵਿੱਚ ਹੱਥ ਪਾਉਂਦੇ ਨੇ ਤੇ ਮਿੱਟੀ ਵੀ ਸੋਨਾ ਹੋ ਜਾਂਦੀ ਹੈ ਜਦੋਂ ਉਹਨਾਂ ਦਾ ਵੇਲਾ ਚੰਗਾ ਚੱਲ ਰਿਹਾ ਹੁੰਦਾ ਹੈ। ਜਿਹੜੇ ਬੰਦੇ ਦਾ ਵੇਲਾ ਚੰਗਾ ਚੱਲ ਰਿਹਾ ਹੈ ਉਸ ਬੰਦੇ ਦੇ ਸਿਰਫ ਆਪਣੇ ਉੱਤੇ ਹੀ ਨਹੀਂ, ਉਹਦੇ ਆਲ ਦੁਆਲ ਜਿੰਨੇ ਉਹਦੇ ਨਾਲ ਤਲਕ ਵਾਲੇ ਲੋਕ ਨੇ ਉਹਨਾਂ ਸਾਰਿਆਂ ਦਾ ਵੀ ਵੇਲਾ ਚੰਗਾ ਹੋ ਜਾਂਦਾ ਹੈ ਉਸ ਇੱਕ ਬੰਦੇ ਦੇ ਚੰਗੇ ਵੇਲੇ ਦੀ ਵਜ੍ਹਾ ਤੋਂ। ਤੇ ਜੇ ਕੋਈ ਵਿਚਾਰਾ ਨਿਮਾਣਾ ਮਾੜਾ ਇਹੋ ਜਿਹਾ ਹੈ ਜਿਹਦਾ ਚੰਗਾ ਵੇਲਾ ਨਹੀਂ ਹੈ, ਜਿਹਦਾ ਵੇਲਾ ਮਾੜਾ ਚੱਲ ਰਿਹਾ, ਤੇ ਤੁਸੀਂ ਸਮਝੋ ਕਿ ਵੇਲੇ ਦੀ ਜੇਬ ਦੇ ਵਿੱਚ ਉਹਦੇ ਵਾਸਤੇ ਖੋਟੇ ਸਿੱਕੇ ਹੀ ਹੁੰਦੇ ਨੇ। ਉਹ ਵਿਚਾਰਾ ਕੁਝ ਵੀ ਕਰ ਲਵੇ, ਉਹ ਸੋਨੇ ਦੇ ਵਿੱਚ ਹੱਥ ਪਾਏ ਤੇ ਮਿੱਟੀ ਹੋ ਜਾਂਦੀ ਹੈ। ਇਹ ਵੇਲੇ ਦੀ ਹੀ ਵੰਡ ਹੈ। ਵੇਲੇ ਦੀ ਜਿੰਨੀ ਮਰਜ਼ੀ ਉਹ ਕਹਿ ਲਵੋ ਕਿ ਖੁਸ਼ਾਮਦਾਂ ਕਰਦਾ ਫਿਰੇ, ਵੇਲਾ ਉਹਦਾ ਗੁਲਾਮ ਨਹੀਂ ਜੇ ਹੁੰਦਾ, ਵੇਲਾ ਉਹਨੂੰ ਗੁਲਾਮ ਬਣਾ ਕੇ ਹੀ ਰੱਖਦਾ। ਪਤਾ ਨਹੀਂ ਵੇਲੇ ਨੂੰ ਕਿਹੜੀ ਨਾਰਾਜ਼ਗੀ ਉਸ ਗਰੀਬ ਦੇ ਨਾਲ ਹੋ ਗਈ ਹੁੰਦੀ ਹੈ ਜਿਹੜੀ ਮੁੱਕਦੀ ਹੀ ਨਹੀਂ। ਤੇ ਬਾਜ਼ ਇਹੋ ਜਿਹੇ ਲੋਕੀ ਵਿਚਾਰੇ ਦੁਨੀਆ ਤੋਂ ਟੁਰ ਪੈਂਦੇ ਨੇ, ਉਹਨਾਂ ਦੇ ਆਪਣੇ ਸੂਰਜ ਡੁੱਬ ਜਾਂਦੇ ਨੇ ਹਯਾਤੀ ਦੇ,
ਲੇਕਿਨ ਵੇਲਾ ਉਹਨਾਂ ਤੇ ਮਿਹਰਬਾਨ ਨਹੀਂ ਹੁੰਦਾ, ਉਹਨਾਂ ਦਾ ਸੱਜਣ ਨਹੀਂ ਬਣਦਾ। ਅੱਛਾ ਜੀ, ਇੱਕ ਹੋਰ ਬੜੀ ਮਜ਼ੇਦਾਰ ਗੱਲ ਤੁਹਾਨੂੰ ਦੱਸੀਏ। ਤੁਸੀਂ ਸ਼ਾਇਦ ਇਹ ਗੱਲ ਦੇਖੀ ਵੀ ਹੋਏਗੀ ਕਿ ਕੁਝ ਘਰਾਂ ਦੇ ਵੇਲੇ ਦੇ ਵਿੱਚ ਬੜੀ ਬਰਕਤ ਹੁੰਦੀ ਜੀ। ਅੱਛਾ, ਮੈਂ ਜਿਹੜੀ ਚੀਜ਼ ਤੁਹਾਡੇ ਨਾਲ ਸਾਂਝੀ ਕਰਨਾ ਚਾਹ ਰਿਹਾ ਉਹ ਇਹ ਹੈ ਕਿ ਮੈਂ ਇਹ ਚੀਜ਼ ਸ਼ਹਿਰਾਂ ਦੇ ਵਿੱਚ ਨਹੀਂ ਜੇ ਵੇਖੀ। ਮੈਂ ਆਪਣੇ ਪਿੰਡ ਬੜੇ ਥੋੜ੍ਹੇ ਦਿਨਾਂ ਵਾਸਤੇ ਜਾਂਦਾ ਵਾਂ, ਆਪਣੇ ਰਿਸ਼ਤੇਦਾਰਾਂ ਅਜ਼ੀਜ਼ਾਂ ਦੇ ਘਰ, ਸਾਕਾਂ ਦੇ ਘਰ, ਅਤੇ ਉੱਥੇ ਉਹ ਸਾਰੇ ਕੰਮਕਾਜ ਕਰਕੇ ਤੇ ਹਲੇ ਸਮਝ ਲਵੋ ਕਿ ਮੈਨੂੰ ਇੰਝ ਲੱਗ ਰਿਹਾ ਹੁੰਦਾ ਹੈ ਕਿ ਜਿਵੇਂ ਕੁਝ ਨਹੀਂ ਨਾ ਤੇ ਦੁਪਹਿਰ ਦੇ 12 ਵੱਜ ਗਏ ਹੋਣੇ ਨੇ, ਤੇ ਘੜੀ ਵੇਖੀ ਦੀ ਹੈ ਤੇ ਉੱਥੇ ਹਲੇ ਮਾਰ ਕੇ 8 8:30 ਵਜੇ ਹੁੰਦੇ ਨੇ। ਉਹ ਕੁਝ ਘਰ ਐਸੇ ਹੁੰਦੇ ਨੇ ਜਿਨ੍ਹਾਂ ਦੇ ਵੇਲੇ ਦੇ ਵਿੱਚ ਬੜੀ ਬਰਕਤ ਹੁੰਦੀ ਜੇ। ਸਾਰੇ ਕੰਮ ਮੁੱਕ ਗਏ, ਹਰ ਪਾਸੇ ਸਕੂਨ ਹੀ ਸਕੂਨ। ਉਸ ਤੋਂ ਬਾਅਦ ਉਹਨਾਂ ਕੋਲ ਆਰਾਮ ਵਾਸਤੇ ਵੀ ਖੁੱਲ੍ਹਾ ਹੀ ਟਾਈਮ ਹੁੰਦਾ ਹੈ। ਸ਼ਾਇਦ ਇਹਦੀ ਸਭ ਤੋਂ ਵੱਡੀ ਵਜ੍ਹਾ ਤੁਸੀਂ ਸਮਝ ਲਓ ਇਹ ਹੈ ਕਿ ਇਹ ਉਹਨਾਂ ਘਰਾਂ 'ਚ ਹੀ ਮੁਮਕਿਨ ਹੈ ਜਿੱਥੇ ਫਜਰ ਦੀ ਨਮਾਜ਼ ਪੜ੍ਹੀ ਜਾਂਦੀ ਹੈ। ਸਾਡੇ ਪਿੰਡ 'ਚ ਉਹਨੂੰ ਫਜਰ ਦੀ ਨਮਾਜ਼ ਕਹਿੰਦੇ ਨੇ, ਅਤੇ ਜਿੱਥੇ ਤਿਲਾਵਤ ਕੁਰਾਨ ਦੀ ਬਾਕਾਇਦਗੀ ਨਾਲ ਕੀਤੀ ਜਾਂਦੀ ਹੈ। ਅਤੇ ਜ਼ਾਹਰ ਹੈ ਉਹ ਪਹਿਲੇ ਵੀ ਅਖਾਣ ਇੱਕ ਸੁਣਾਈ ਹੈ ਅਤੇ ਇਹ ਵੀ ਤੁਸੀਂ ਸੁਣੀ ਹੋਣੀ ਹੈ ਜਿਹੜੀ ਮੈਂ ਤੁਹਾਨੂੰ ਹੁਣ ਸੁਣਾਉਣ ਲੱਗਾ ਵਾ। ਕਹਿੰਦੇ ਨੇ ਵੇਲੇ ਦੀਆਂ ਨਮਾਜ਼ਾਂ ਹੁੰਦੀਆਂ ਨੇ ਅਤੇ ਕਵੇਲੇ ਦੀਆਂ ਟੱਕਰਾਂ। ਤੋ ਜਿਨ੍ਹਾਂ ਵੇਲੇ ਦੀ ਨਮਾਜ਼ ਪੜ੍ਹੀ ਹੁੰਦੀ ਹੈ ਨਾ, ਫਜਰ ਦੀ ਜਾਂ ਫਜ਼ਰ ਦੀ, ਉਹਨਾਂ ਦਾ ਵੇਲਾ ਬੜਾ ਬਰਕਤ ਵਾਲਾ ਹੁੰਦਾ। ਜ਼ਾਹਿਰ ਹੈ ਜੀ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਵੀ ਨਹੀਂ ਹੈ ਕਿ ਫਜਰ ਦੇ ਟਾਈਮ ਦੇ ਵਿੱਚ ਬਰਕਤ ਬਹੁਤ ਜ਼ਿਆਦਾ ਹੈ। ਪਿੰਡਾਂ 'ਚ ਬੜੇ ਘੱਟ ਇਹੋ ਜਿਹੇ ਘਰ ਰਹਿ ਗਏ ਨੇ ਕਿ ਜਿੱਥੇ ਤੁਹਾਨੂੰ TV ਵਗੈਰਾ ਨਜ਼ਰ ਨਹੀਂ ਆਉਂਦਾ, ਲੇਕਿਨ ਫਿਰ ਵੀ ਮੈਂ ਤਾਂ ਇਸ ਗੱਲ ਨੂੰ ਮੰਨਣਾ ਵਾ, ਅਤੇ ਤੁਸੀਂ ਵੀ ਸ਼ਾਇਦ ਮੰਨੋਗੇ ਕਿ ਪਿੰਡਾਂ ਦੇ ਵਿੱਚ ਹੁਣ ਵੀ TV ਅਤੇ ਇੰਟਰਨੈਟ ਦਾ ਓਨਾ ਜ਼ਿਆਦਾ ਬੁਖਾਰ ਹਲੇ ਨਹੀਂ ਜੇ ਚੜ੍ਹਿਆ ਜਿੰਨਾ ਸਾਡੇ ਸ਼ਹਿਰਾਂ 'ਚ ਚੜ੍ਹ ਚੁੱਕਿਆ। ਅਤੇ ਖ਼ਾਸ ਤੌਰ 'ਤੇ ਜੇ ਮੈਂ ਆਪਣੇ ਸ਼ਹਿਰ ਲਾਹੌਰ ਦੀ ਗੱਲ ਕਰਾਂ ਤਾਂ ਇੱਥੇ ਤੇ ਮਾਮਲਾਤ ਵੈਸੇ ਹੀ ਜ਼ਿੰਦਗੀ ਦੀ ਰਫ਼ਤਾਰ ਬਹੁਤ ਤੇਜ਼ ਹੈ ਅਤੇ ਟਾਈਮ ਬੜਾ ਹੀ ਬੇਬਰਕਤ ਹੈ। ਤੁਸੀਂ ਤਜਰਬਾ ਕਰਕੇ ਵੇਖ ਲਵੋ ਜੀ ਕਿ ਪਿੰਡਾਂ ਦੇ ਵਿੱਚ ਵੇਲਾ ਮੁਕਾਏ ਨਹੀਂ ਜੇ ਮੁੱਕਦਾ। ਇੰਨੀ ਬਰਕਤ ਵੇਲੇ ਦੇ ਵਿੱਚ, ਤਜਰਬਾ ਕਰਕੇ ਵੇਖੋ ਤੁਸੀਂ। ਜਿਹੜੇ ਤੁਸੀਂ ਕੰਮ ਕਰਨੇ ਨੇ ਤੁਸੀਂ ਸਾਰੇ ਕੰਮ ਕਰ ਲਵੋ। ਤੁਸੀਂ ਸ਼ਹਿਰ ਦੇ ਵਿੱਚੋਂ ਕੰਮ ਜਿੰਨੀ ਦੇਰ 'ਚ ਕਰਦੇ ਹੋ, ਤੁਸੀਂ ਉਹਦੀ ਨਿਸਬਤ ਪਤਾ ਨਹੀਂ, ਮੈਂ ਤਾਂ ਕਹਾਂਗਾ ਕਿ ਸ਼ਾਇਦ ਅੱਧੇ ਤੋਂ ਵੀ ਘੱਟ ਟਾਈਮ ਦੇ ਵਿੱਚ ਪਿੰਡ ਦੇ ਵਿੱਚ ਉਹੀ ਕੰਮ ਕਰ ਲਓਗੇ ਅਤੇ ਸਾਰੇ ਕੰਮ ਮੁੱਕ ਜਾਣਗੇ। ਅਤੇ ਉਹਦੇ ਬਾਵਜੂਦ ਵੇਲਾ ਉੱਥੇ ਦਾ ਉੱਥੇ ਹੀ ਖਲੋਤਾ ਹੋਏਗਾ, ਸੂਰਜ ਉੱਥੇ ਦਾ ਉੱਥੇ ਹੀ ਨਜ਼ਰ ਆਏਗਾ। ਅੱਛਾ ਜੀ, ਜਿਨ੍ਹਾਂ ਲੋਕਾਂ ਕੋਲ ਮਾਪਿਆਂ ਲਈ, ਭੈਣਾਂ ਭਰਾਵਾਂ ਲਈ, ਕਿਸੇ ਬਿਮਾਰ ਦੀ ਤਿਮਾਰਦਾਰੀ ਲਈ, ਕਿਸੇ ਦੁਖੀ ਦੀ ਮਦਦ ਲਈ, ਕਿਸੇ ਰਿਸ਼ਤੇਦਾਰ ਗਵਾਂਢੀ ਵਾਸਤੇ ਕੋਈ ਟਾਈਮ ਨਹੀਂ ਹੁੰਦਾ, ਕਿਸੇ ਨੂੰ ਮਿਲਣ ਦਾ ਟਾਈਮ ਨਹੀਂ ਹੁੰਦਾ, ਕਿਸੇ ਨੂੰ ਪੁੱਛਣ ਦਾ ਟਾਈਮ ਨਹੀਂ ਹੁੰਦਾ, ਮੇਰੇ ਵਰਗੇ ਲੋਕ, ਫਿਰ ਉਹਨਾਂ ਨੂੰ ਵੇਲੇ ਤੋਂ ਹੁਸ਼ਿਆਰ ਰਹਿਣਾ ਚਾਹੀਦਾ ਜੀ। ਇਹ ਵੇਲਾ ਉਹਨਾਂ 'ਤੇ ਵੀ ਆ ਸਕਦਾ ਜਿਹਦੀ ਅਸੀਂ ਹੁਣੇ ਗੱਲ ਕੀਤੀ ਕਿ ਬੰਦਾ ਸੋਨੇ 'ਚ ਹੱਥ ਪਾਏ ਤੇ ਮਿੱਟੀ ਹੋ ਜਾਂਦਾ। ਅਤੇ ਜਦ ਉਹਨਾਂ ਦਾ ਇਹੋ ਜਿਹਾ ਵੇਲਾ ਆਉਂਦਾ ਅਤੇ ਫਿਰ ਸਾਰਿਆਂ ਤੋਂ ਵੱਧ ਕੇ ਆਉਂਦਾ ਜੇ। ਫਿਰ ਉਹਨਾਂ ਦੇ ਨਿਆਣਿਆਂ, ਉਹਨਾਂ ਦੇ ਰਿਸ਼ਤੇਦਾਰਾਂ, ਉਹਨਾਂ ਦੀਆਂ ਗਵਾਂਢੀਆਂ ਕੋਲ ਉਹਦੇ ਵਾਸਤੇ ਵੇਲਾ ਘੱਟ ਜਾਂਦਾ। ਮਤਲਬ ਜਿਹਨੇ ਕਿਸੇ ਨੂੰ ਵੇਲਾ ਨਹੀਂ ਦਿੱਤਾ, ਜਿਹਨੇ ਕਿਸੇ ਦੇ ਨਾਲ ਕਿਸੇ ਦੀ ਕਦਰ ਨਹੀਂ ਕੀਤੀ, ਕਿਸੇ ਨੂੰ ਖਲੂਸ ਨਹੀਂ ਵਿਖਾਇਆ, ਫਿਰ ਜ਼ਾਹਰ ਹੈ ਕਿ ਹੋਣਾ ਤਾਂ ਇਹੀ ਚਾਹੀਦਾ ਹੈ ਕਿ ਉਹਦੇ ਨਾਲ ਵੀ ਲੋਕ ਇਹੀ ਕਰਨ। ਯਾਦ ਰੱਖਣਾ ਜੀ ਕਿ ਜਦੋਂ ਵੇਲਾ ਫਿਰ ਲੰਘ ਜਾਂਦਾ ਨਾ, ਚੰਗਾ ਵੇਲਾ ਲੰਘ ਗਿਆ ਤੇ ਮਗਰੋਂ ਲੱਖ ਤਰਲੇ ਮਾਰੋ, ਲੱਖ ਵਾਜਾਂ ਮਾਰੋ, ਵੇਲੇ ਨੇ ਵਾਪਸ ਨਹੀਂ ਜਾਣਾ। ਅਤੇ ਫਿਰ ਤਰਸ ਜਾਂਦੇ ਹਾਂ ਅਸੀਂ ਉਸ ਵੇਲੇ ਨੂੰ ਜਿਹੜਾ ਲੰਘ ਗਿਆ, ਅਤੇ ਖਾਬਾਂ 'ਚ ਹੀ ਵੇਖ ਸਕਨੇ ਹਾਂ ਅਤੇ ਰੋ ਹੀ ਸਕਨੇ ਹਾਂ, ਗਲੀਆਂ 'ਚ ਉਹਨੂੰ ਲੱਭ ਸਕਨੇ ਹਾਂ, ਹਨੇਰੇ ਦੇ ਵਿੱਚ ਲੱਭਣ ਦੀ ਕੋਸ਼ਿਸ਼ ਕਰ ਸਕਨੇ ਹਾਂ, ਪਰ ਕਾਮਯਾਬ ਨਹੀਂ ਹੋ ਸਕਦੇ। ਲਓ ਜੀ, ਅੱਜ ਜਿਹੜੀ ਅਸੀਂ ਗੱਲ ਕੀਤੀ ਹੈ ਵੇਲੇ ਦੇ ਬਾਰੇ 'ਚ ਸੀ, ਅਤੇ ਉਹਨਾਂ ਲੋਕਾਂ ਦੇ ਬਾਰੇ 'ਚ ਸੀ ਜਿਹੜੇ ਵੇਲੇ ਦੀ ਕਦਰ ਕਰਦੇ ਨੇ ਜਾਂ ਕੋਸ਼ਿਸ਼ ਕਰਦੇ ਨੇ, ਜਾਂ ਉਹਨਾਂ ਲੋਕਾਂ ਨਾਲ ਅਸੀਂ ਗੱਲ ਕੀਤੀ ਹੈ ਕਿ ਜਿਨ੍ਹਾਂ ਨੂੰ ਵੇਲੇ ਦੀ ਥੋੜ੍ਹੀ ਬਹੁਤ ਕਦਰ ਹੁਣ ਵੀ ਹੈ, ਅਤੇ ਸਾਡੀ ਗੱਲ ਸੁਣ ਕੇ ਸ਼ਾਇਦ ਉਹਨਾਂ ਦੇ ਦਿਲ 'ਚ ਵੀ ਅਤੇ ਸਾਡੇ ਦਿਲ 'ਚ ਵੀ ਵੇਲੇ ਦੀ ਕੋਈ ਕਦਰ ਵੱਧ ਜਾਏਗੀ, ਅਹਿਸਾਸ ਪੈਦਾ ਹੋ ਜਾਏਗਾ। ਲੇਕਿਨ ਇੱਕ ਹੋਰ ਵੀ ਬੜਾ ਕਿਰਦਾਰ ਹੁੰਦਾ ਜੇ, ਇੱਕ ਬੜਾ ਕਰੈਕਟਰ ਹੁੰਦਾ, ਇੱਕ ਬੜਾ ਫਨਕਾਰ ਹੁੰਦਾ ਜਿਹਦਾ ਨਾਂ ਵੇਲੇ ਦੇ ਨਾਂ ਦੇ ਨਾਲ ਰਲਦਾ ਮਿਲਦਾ, ਅਤੇ ਅਸੀਂ ਉਹਨੂੰ ਕਹਿੰਦੇ ਹਾਂ ਵੇਲਾ। ਇਹ ਬੜੀ ਵੱਡੀ ਵਾਰਦਾਤ ਹੁੰਦਾ ਜੇ। ਇਹਦੇ ਬਾਰੇ 'ਚ ਅਸੀਂ ਅਗਲੇ ਕਿਸੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ, ਅਤੇ ਮੈਨੂੰ ਉਮੀਦ ਹੈ ਅੱਜ ਤੁਸੀਂ ਵੇਲੇ ਦੇ ਬਾਰੇ ਜਿਹੜੀਆਂ ਗੱਲਾਂ ਸੁਣੀਆਂ ਨੇ ਉਹਨਾਂ ਦਾ ਤੁਹਾਨੂੰ ਜ਼ਰੂਰ ਮਜ਼ਾ ਆਇਆ ਹੋਵੇਗਾ। ਅਤੇ ਉਹਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਤੁਸੀਂ ਬਾਜ਼ੌਕ ਹੋ। ਜੇ ਤੁਸੀਂ ਬਾਜ਼ੌਕ ਨਹੀਂ ਹੈ ਤਾਂ ਫਿਰ ਇਹਦਾ ਤੁਹਾਨੂੰ ਕੋਈ ਫਾਇਦਾ ਨਹੀਂ ਜੇ ਹੋਇਆ। ਅਗਰ ਤੁਹਾਡਾ ਜ਼ਮੀਰ, ਤੁਹਾਡਾ ਅਹਿਸਾਸ ਜ਼ਿੰਦਾ ਨਹੀਂ ਹੈ ਅਤੇ ਫਿਰ ਤੁਹਾਨੂੰ ਇਹ ਗੱਲਾਂ ਸੁਣਨ ਦਾ ਵੀ ਮਜ਼ਾ ਨਹੀਂ ਆਉਣਾ। ਤੁਸੀਂ ਅਮਲ ਇਹਦੇ 'ਤੇ ਘੱਟਾ ਅਤੇ ਸੁਆਹ ਕਰਨਾ। ਅਤੇ ਅਗਲੀ ਬੈਠਕ ਦੇ ਵਿੱਚ ਹੁਣ ਕੋਸ਼ਿਸ਼ ਕਰਾਂਗੇ ਕਿ ਉਸ ਭਾਈ ਵੇਲੇ ਦੇ ਬਾਰੇ 'ਚ ਗੱਲ ਕਰੀਏ। ਅੱਜ ਵੇਲੇ ਦੀ ਗੱਲ ਇੱਥੋਂ ਤੱਕ ਹੀ ਸੀ। ਖੁਦਾ ਹਾਫਿਜ਼।